ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਪਾਵਨ ਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਪਾਵਨ ਬਾਣੀ, ਆਪਣੇ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ, ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਮਹੱਲਾ ਤੀਜਾ। ਅੰਤਰ ਕਪਟ ਭਗਉਤੀ ਕਹਾਏ, ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ। ਪਰ ਨਿੰਦਾ ਕਰੇ ਅੰਤਰ ਮਲ ਲਾਏ, ਬਾਹਰ ਮਲ ਧੋਵੈ ਮਨ ਕੀ ਝੂਠ ਨਾ ਜਾਏ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਸ਼ਲੋਕ ਔਰ ਪੌੜੀ ਰੂਪ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਔਰ ਗੁਰੂ ਰਾਮਦਾਸ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਦੇ ਸਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 88 ਔਰ 99 ਦੇ ਉੱਪਰ 88 ਔਰ 89 ਅੰਗ ਦੇ ਉੱਪਰ ਸੁਭਾਇਮਾਨ ਹੈ। ਇਹਨਾਂ ਪਾਵਨ ਬਚਨਾਂ ਦੇ ਰਾਹੀਂ, ਕਿਉਂਕਿ ਇਸ ਪਾਵਨ ਸ਼ਬਦ ਨਾਲ ਲੱਗਦੇ 2 ਸ਼ਲੋਕਾਂ, ਪੌੜੀ ਦੇ ਨਾਲ 3 ਸ਼ਲੋਕ ਨੇ, ਜਿਨ੍ਹਾਂ ਦੇ ਵਿੱਚੋਂ ਪਹਿਲੇ 2 ਸ਼ਲੋਕਾਂ ਦੀ ਵਿਚਾਰ ਆਪ ਸੰਗਤਾਂ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕੀਤੀ ਹੈ। ਔਰ ਰਹਿੰਦੇ ਸ਼ਲੋਕ ਔਰ ਪੌੜੀ ਦਾ ਪਾਠ ਆਪ ਸੰਗਤ ਨੇ ਹੁਣ ਸਰਵਣ ਕੀਤਾ ਹੈ। ਔਰ ਮਾਲਕ ਪਾਤਸ਼ਾਹ ਜੀ ਅੱਜ ਦੇ ਇਸ ਪਾਵਨ ਬਚਨਾਂ ਦੇ ਰਾਹੀਂ ਧਰਮ ਦੇ ਨਾਮ ਉੱਤੇ ਜੋ ਲੋਕ ਵਿਖਾਵਾ ਕੀਤਾ ਜਾ ਰਿਹਾ ਹੈ, ਉਸ ਪਾਖੰਡ ਨੂੰ, ਉਸ ਲੋਕ ਵਿਖਾਵੇ ਦਾ ਸਤਿਗੁਰੂ ਜੀ ਪਾਜ
ਉਘੇੜ ਰਹੇ ਨੇ। ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਸਤਿਗੁਰੂ ਜੀ ਨੇ ਅੱਜ ਉਪਦੇਸ਼ ਦਿੰਦਿਆਂ ਸਾਨੂੰ ਇਹ ਸਮਝਾਇਆ ਹੈ ਕਿ ਜ਼ਰੂਰੀ ਨਹੀਂ ਜਿਹੜੀ ਵਸਤੂ ਜਿਸ ਤਰ੍ਹਾਂ ਦੀ ਨਜ਼ਰ ਆਉਂਦੀ ਹੈ ਉਹ ਉਸੇ ਤਰ੍ਹਾਂ ਦੀ ਹੋਵੇਗੀ। ਹੋ ਸਕਦਾ ਹੈ ਵੇਖਣ ਵਕਤ ਉਹ ਵਸਤੂ ਕਿਸੇ ਹੋਰ ਤਰ੍ਹਾਂ ਦੀ ਨਜ਼ਰ ਆਉਂਦੀ ਹੋਵੇ, ਪਰ ਉਹਦੀ ਅਸਲੀਅਤ, ਉਹਦਾ ਅਸਲਾ ਕੁਝ ਹੋਰ ਹੋਵੇ। ਜਿਵੇਂ ਭਾਈ ਗੁਰਦਾਸ ਜੀ ਨੇ ਜਦੋਂ ਜ਼ਿਕਰ ਕੀਤਾ ਤਾਂ ਉਹਨਾਂ ਨੇ ਇੱਕ ਉਦਾਹਰਣ ਦਿੰਦਿਆਂ ਸਮਝਾਇਆ ਵੀ ਜਿਵੇਂ ਵੇਖਣ ਲੱਗਿਆਂ ਆਟਾ ਔਰ ਖੰਡ ਇੱਕੋ ਜਿਹੀ ਨਜ਼ਰ ਆਉਂਦੀ ਹੈ, ਪਰ ਹੁਣ ਆਟੇ ਵੱਲ ਵੇਖ ਕੇ ਅਸੀਂ ਅੰਦਾਜ਼ਾ ਲਾਈਏ ਵੀ ਇਹ ਵੀ ਮਿੱਠਾ ਹੋ ਸਕਦਾ ਹੈ, ਜਾਂ ਖੰਡ ਵੱਲ ਵੇਖ ਕੇ ਅੰਦਾਜ਼ਾ ਲਾਈਏ ਵੀ ਇਹ ਆਟਾ ਹੈ, ਤੇ ਵੇਖ ਕੇ ਲਾਇਆ ਅੰਦਾਜ਼ਾ ਸਾਡਾ ਉਦੋਂ ਗਲਤ ਸਾਬਤ ਹੋਏਗਾ ਜਦੋਂ ਅਸੀਂ ਉਹਨਾਂ ਪਦਾਰਥਾਂ ਦੇ ਵਿੱਚੋਂ ਇੱਕ ਵਸਤੂ, ਇੱਕ ਪਦਾਰਥ ਨੂੰ ਆਪਣੀ ਜ਼ੁਬਾਨ ਤੇ ਰੱਖ ਕੇ ਚੱਖਾਂਗੇ। ਔਰ ਉਹਨਾਂ ਜ਼ਿਕਰ ਕਰਦੇ ਆਖਿਆ ਵੀ ਜਿੱਦਾਂ ਚੂਨਾ ਤੇ ਸਵੈਤ ਖੰਡ ਜਿਹੜੀ ਹੈ ਉਹ ਇੱਕੋ ਜਿਹੀ ਨਜ਼ਰ ਆਉਂਦੀ ਹੈ, ਪਰ ਜਦੋਂ ਰਸਨਾ ਉੱਤੇ ਰੱਖ ਕੇ ਉਹਨਾਂ ਦਾ ਰਸ ਚੱਖਿਆ ਜਾਏ, ਸਵਾਦ ਚੱਖਿਆ ਜਾਏ, ਤੇ ਫਿਰ ਉਹਨਾਂ ਦੇ ਵਿਚਲੀ ਭਿੰਨਤਾ ਜਿਹੜੀ ਹੈ ਉਹ ਨਜ਼ਰ ਹੀ ਪੈਂਦੀ ਹੈ, ਉਹ ਵਖਰੇਵਾਂ, ਉਹ ਫਰਕ ਦਿਸਦਾ ਹੈ। ਇਸੇ ਤਰ੍ਹਾਂ ਉਹਨਾਂ ਨੇ ਦੂਜੀ ਉਦਾਹਰਣ ਦਿੰਦਿਆਂ ਸਮਝਾਇਆ ਵੀ ਜਿਵੇਂ ਸੋਨਾ ਔਰ ਪਿੱਤਲ ਇੱਕੋ ਜਿਹਾ ਨਜ਼ਰ ਹੀ ਆਉਂਦਾ ਹੈ, ਪਰ ਜਿਸ ਵਕਤ ਇਹਨਾਂ ਦੋਵਾਂ ਨੂੰ ਅਸੀਂ ਸੁਨਿਆਰੇ ਕੋਲ ਲੈ ਕੇ ਜਾਂਦੇ ਹਾਂ ਤੇ ਉਹ ਪਰਖ ਕਰਕੇ ਫਿਰ ਸਾਨੂੰ ਦੱਸਦਾ ਵੀ ਸੋਨਾ ਕਿਹੜਾ ਤੇ ਤਾਂਬਾ ਕਿਹੜਾ ਹੈ। ਇਸੇ ਤਰ੍ਹਾਂ ਕਾਂ ਔਰ ਕੋਇਲ ਵੇਖਣ ਨੂੰ ਨਜ਼ਰੀ ਇੱਕੋ ਜਿਹੇ ਆਉਂਦੇ ਨੇ, ਰੰਗ ਵੀ ਦੋਵਾਂ ਦਾ ਕਾਲਾ ਹੈ, ਵੇਖਣ ਨੂੰ ਨਜ਼ਰ ਇੱਕੋ ਜਿਹੇ ਆਉਂਦੇ, ਪਰ ਜਦੋਂ ਕੰਨਾਂ ਦੇ ਨਾਲ ਉਹਨਾਂ ਦੀ ਆਵਾਜ਼ ਸੁਣੀ ਜਾਏ ਤੇ ਫਿਰ ਫਰਕ ਪਤਾ ਲੱਗਦਾ ਵੀ ਕਾਂ ਕਿਹੜਾ ਤੇ ਕੋਇਲ ਕਿਹੜੀ ਹੈ। ਜਾਂ ਆਪਣੀਆਂ ਅੱਖਾਂ ਦੇ ਨਾਲ ਦੋਵਾਂ ਨੂੰ ਭੋਜਨ ਕਰਦਿਆਂ ਵੇਖਿਆ ਜਾਏ ਤੇ ਫਿਰ ਪਤਾ ਲੱਗਦਾ ਕਾਂ ਕਿਹੜੀ ਤੇ ਕੋਇਲ ਕਿਹੜੀ ਹੈ। ਹੁਣ ਸਤਿਗੁਰੂ ਜੀ ਨੇ ਅੱਜ ਜਿਹੜਾ ਜ਼ਿਕਰ ਕੀਤਾ ਉਹ ਇਸੇ ਤਰ੍ਹਾਂ ਦਾ ਜਿਹੜਾ ਪਾਜ ਹੈ ਨਾ, ਮਤਲਬ ਇਉਂ ਕਹਿ ਸਕਦੇ ਹਾਂ ਵੀ ਸਾਡੀਆਂ ਨਜ਼ਰਾਂ ਦੇ ਉੱਤੇ ਜਿਹੜਾ ਇੱਕ ਪਾਜ ਦਾ ਕੱਪੜਾ ਬੱਝਾ ਹੋਇਆ ਹੈ, ਸਤਿਗੁਰੂ ਜੀ ਉਸ ਪਾਜ ਦੇ ਕੱਪੜੇ ਨੂੰ ਖੋਲ ਰਹੇ, ਅੱਖਾਂ ਤੇ ਬੰਨੀ ਪੱਟੀ ਸਤਿਗੁਰੂ ਜੀ ਲਾ ਰਹੇ ਨੇ, ਜਿਹੜੀ ਅਕਸਰ ਸਾਡੀਆਂ ਅੱਖਾਂ ਤੇ ਉਦੋਂ ਵੱਜ ਜਾਂਦੀ ਹੈ ਜਦੋਂ ਕੋਈ ਵੀ ਧਰਮ ਦੀ ਬਾਤ ਕਰੇ, ਧਰਮ ਦਾ ਵਿਖਾਵਾ ਕਰਦਾ ਹੋਏ ਔਰ ਆਪਣੇ ਆਪ ਨੂੰ ਧਰਮੀ ਅਖਵਾਉਂਦਾ ਹੋਏ। ਅਕਸਰ ਸਾਡੀਆਂ ਅੱਖਾਂ ਦੇ ਉੱਤੇ ਉਦੋਂ ਪੱਟੀ ਵੱਜਦੀ ਹੈ ਜਦ ਕਿ ਉਸ ਵਕਤ ਸਾਨੂੰ ਪੜਚੋਲ ਕਰਨੀ ਚਾਹੀਦੀ ਸੀ, ਉਸ ਵਕਤ ਸਾਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਪਰਖ ਕਰਨੀ ਚਾਹੀਦੀ ਸੀ, ਪਰ ਅਸੀਂ ਪੜਚੋਲ ਔਰ ਪਰਖ ਕਰਨ ਦੀ ਬਜਾਏ ਅੱਖਾਂ ਉੱਤੇ ਪੱਟੀ ਬੰਨ੍ਹ ਉਹਦੇ ਤੇ ਭਰੋਸਾ ਤੇ ਵਿਸ਼ਵਾਸ ਕਰ ਲੈਂਦੇ। ਅਕਸਰ ਇਸੇ ਤਰ੍ਹਾਂ ਹੁੰਦਾ ਹੈ ਧਰਮ ਦੀ ਦੁਨੀਆ ਦੇ ਵਿੱਚ। ਸਤਿਗੁਰੂ ਜੀ ਨੇ ਸ਼ਬਦ ਦੀ ਆਰੰਭਤਾ ਕੀਤੀ। ਮਾਲਕ ਕਹਿੰਦੇ ਮਹਲਾ ਤੀਜਾ, ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸ਼ਲੋਕ ਹੈ, ਅੰਤਰ ਕਪਟ। ਹੁਣ ਸਭ ਤੋਂ ਵੱਡੀ ਮੁਸ਼ਕਲ ਹੀ ਇਹ ਹੈ ਵੀ ਅੰਦਰ ਕਪਟ ਭਰਿਆ ਪਿਆ, ਫਰੇਬ ਭਰਿਆ ਪਿਆ, ਛਲ ਭਰਿਆ ਪਿਆ, ਤੇ ਅਖਵਾ ਕੀ ਰਿਹਾ? ਭਗਉਤੀ ਕਹਾਏ, ਆਪਣੇ ਆਪ ਨੂੰ ਭਗਉਤੀ ਅਖਵਾ ਰਿਹਾ।
मतलब अपने आप ਨੂੰ ਰੱਬ ਜੀ का उपासक अखवा ਰਿਹਾ है अंदर कपट। धर्म की दुनिया ਦੇ ਵਿੱਚ ਵਿਚਰ ਰਿਹਾ, बड़ा सोहना ਪਹਿਰਾਵਾ। क्योंकि ਜਦੋਂ भी ਭੁਲੇਖਾ ਪੈਂਦਾ ਨਾ, ਅਸੀਂ ਸਭ ਤੋਂ ਪਹਿਲਾਂ ਪਹਿਰਾਵੇ ਤੋਂ ਅੰਦਾਜ਼ਾ ਲਾਉਨੇ ਵੀ ਇਹ ਬੰਦਾ ਧਰਮੀ ਹੈ ਕਿ ਨਹੀਂ। ਜਿੱਦਾਂ ਦਾ ਲਿਬਾਸ, ਜਿੱਦਾਂ ਦਾ ਪਹਿਰਾਵਾ ਸਾਡੇ ਨਜ਼ਰੀਏ ਵਿੱਚ ਧਰਮ ਦਾ ਬਣਿਆ ਹੋਇਆ, ਜੇ ਤੇ ਉਹਨੇ ਉਦਾਂ ਦਾ ਹੀ ਲਿਬਾਸ ਪਾਇਆ, ਉਦਾਂ ਦਾ ਹੀ ਪਹਿਰਾਵਾ ਪਾਇਆ, ਤੇ ਅਸੀਂ ਉਹਨੂੰ ਕਹੀ ਵੀ ਇਹ ਤੇ ਬੜਾ ਵੱਡਾ ਧਰਮੀ ਹੈ। ਅਸੀਂ ਇੱਕ ਲਿਬਾਸ ਦੀ ਤਸਵੀਰ ਬਣਾਈ ਹੋਈ ਹੈ, ਤੇ ਜਿਹੜੀ ਤਸਵੀਰ ਸਾਡੀਆਂ ਨਜ਼ਰਾਂ 'ਚ ਬਣੀ ਹੈ, ਜੇ ਉਦਾਂ ਦਾ ਲਿਬਾਸ ਨਾ ਹੋਵੇ ਤੇ ਅਸੀਂ ਫਿਰ ਕਹਿੰਦੇ ਆ ਵੀ ਇਹਨੂੰ ਧਰਮ ਦਾ ਕੀ ਪਤਾ ਹੋਣਾ ਹੈ। ਇਹ ਤੇ ਧਰਮ ਦੇ ਗਿਆਨ ਤੋਂ ਸਖਣਾ, ਇਹਨੂੰ ਤੇ ਇਹ ਨਹੀਂ ਪਤਾ ਵੀ ਧਰਮ ਦਾ ਲਿਬਾਸ ਕਿੱਦਾਂ ਦਾ ਹੁੰਦਾ ਹੈ। ਇਸ ਲਈ ਅਸੀਂ ਉਹਨੂੰ ਧਰਮ ਤੋਂ ਦੂਰ ਕਹਿ ਦਿੰਦੇ ਹਾਂ। ਹੁਣ ਜਦੋਂ ਗੁਰੂ ਬਾਬਾ ਜੀ ਨੇ ਜ਼ਿਕਰ ਕੀਤਾ, ਮਾਲਕ ਨੇ ਬਾਹਰੀ ਗੱਲ ਹੀ ਨਹੀਂ ਕੀਤੀ। ਸਤਿਗੁਰੂ ਕਹਿੰਦੇ ਅੰਤਰ ਕਪਟ, ਕਹਿੰਦੇ ਮੈਂ ਤੇ ਤੇਰਾ ਅੰਦਰ ਵੇਖਿਆ, ਮੈਂ ਬਾਹਰੋਂ ਨਹੀਂ ਵੇਖਿਆ। ਹਾਂ, ਬਾਹਰੋਂ ਜਦੋਂ ਵੇਖਿਆ ਉਦੋਂ ਇਹ ਨਜ਼ਰ ਪਿਆ ਵੀ ਸਾਰੇ ਤੈਨੂੰ ਭਗਉਤੀ ਕਹਿੰਦੇ ਨੇ, ਵੀ ਜਿਹੜਾ ਵੀ ਤੈਨੂੰ ਵੇਖਦਾ ਉਹ ਇਹੀ ਕਹਿੰਦਾ ਜੀ ਇਹ ਰੱਬ ਦਾ ਉਪਾਸਕ ਹੈ, ਪਰ ਤੂੰ ਕਪਟੀ ਹੈ। ਵੀ ਜੇ ਹੁਣ ਤੇਰਾ ਪਾਜ ਉਗੜ ਜਾਏ, ਜਿਹਨੂੰ ਸਤਿਗੁਰੂ ਉਗੜ ਗਿਆ ਜੈਸੇ ਖੋਟਾ ਢਬੂਆ ਨਦਰ ਸਰਾਫੇ ਆਇਆ। ਜੇ ਤੇਰਾ ਪਾਜ ਉਗੜ ਜਾਏ, ਤੇਰੀ ਖੋਟ ਸਾਹਮਣੇ ਆ ਜਾਏ, ਕੀ ਕਰੇਗਾ? ਅੰਦਰਲਾ ਕਪਟ ਤੇ ਛੱਡ, ਅੰਦਰੋਂ ਜਿਹੜਾ ਫਰੇਬ ਰੱਖ ਕੇ ਬੈਠਾ, ਛਲ ਰੱਖ ਕੇ, ਉਹਦਾ ਤਿਆਗ ਕਰਨਾ ਸੀ। ਪਰ ਤੂੰ ਉਹਦੇ ਨਾਲ ਮਿੱਤਰਤਾ ਹੀ ਇੰਨੀ ਕੁ ਪਾਲੀ ਵੀ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਤੂੰ ਜਿਹੜਾ ਆਪਣੀ ਤਸਵੀਰ ਸੀ ਉਹ ਕੁਝ ਹੋਰ ਅਖਤਿਆਰ ਕਰ ਲਈ। ਔਰ ਜੇ ਤੂੰ ਅੰਦਰੋਂ ਕਪਟੀ ਸੀ, ਹੁਣ ਆਪਣੇ ਕਪਟ ਨੂੰ ਧਰਮ ਦਾ ਨਾਮ ਦੇਣ ਵਾਸਤੇ ਤੂੰ ਧਰਮ ਦੀ ਪਰਿਭਾਸ਼ਾ ਵੀ ਬਦਲਦੀ। ਖਿਮਾ ਕਰਿਓ, ਮੈਂ ਲਫ਼ਜ਼ ਵਰਤ ਰਿਹਾ। ਕਰਨਾ ਤੇ ਕਪਟ ਸੀ ਕਿਉਂਕਿ ਅੰਦਰ ਛਲ ਹੈ, ਕਰਨਾ ਤੇ ਫਰੇਬ ਸੀ ਕਿਉਂਕਿ ਅੰਦਰ ਭਰਿਆ ਹੋਇਆ ਹੈ। ਹੁਣ ਜੇ ਤੇ ਲੋਕਾਂ ਦੀ ਨਜ਼ਰਾਂ ਦੇ ਵਿੱਚ ਧਰਮ ਦੀ ਪਰਿਭਾਸ਼ਾ ਬਦਲੇ ਬਿਨਾ ਕਰਦਾ ਤੇ ਲੋਕ ਕਹਿਣਗੇ ਵੀ ਇਹ ਤੇ ਪਾਪੀ ਹੈ, ਛਲ ਕਰ ਰਿਹਾ, ਫਰੇਬ। ਫਿਰ ਤੇ ਸਾਫ਼ ਝਲਕ ਰਿਹਾ ਨਾ ਵੀ ਇਹ ਛਲ ਕਰਨ ਵਾਲਾ ਹੈ। ਇਹਨੇ ਤਰਕੀਬ ਖੇਡੀ, ਇਹਨੇ ਧਰਮ ਦੀ ਪਰਿਭਾਸ਼ਾ ਬਦਲਤੀ, ਡੈਫੀਨੇਸ਼ਨ ਬਦਲਤੀ। ਜਦੋਂ ਧਰਮ ਦੀ ਪਰਿਭਾਸ਼ਾ ਬਦਲ ਦਿੱਤੀ, ਹੁਣ ਲੋਕਾਂ ਦੀਆਂ ਨਜ਼ਰਾਂ 'ਚ ਧਰਮ ਕੀ ਬਣਾਤਾ? ਜਿੱਦਾਂ ਦਾ ਆਪਣੇ ਅੰਦਰ ਭਰਿਆ ਹੋਇਆ ਸੀ ਛਲ ਫਰੇਬ, ਉਦਾਂ ਦਾ ਧਰਮ ਬਣਾਤਾ। ਹੁਣ ਜੇ ਲੋਕਾਂ ਨੂੰ ਕਹਿੰਦਾ ਵੀ ਉਹ ਕੰਮ ਕਰੋ ਤੇ ਲੋਕ ਕਰਦੇ ਨੇ, ਇਹ ਨਹੀਂ ਪੜਚੋਲ ਕਰਦੇ ਵੀ ਕਿਉਂ ਲੋਕੀ ਕਰੀ ਜਾਂਦੇ ਨੇ, ਕਿਉਂ? ਕਿਉਂਕਿ ਅੰਦਰੋਂ ਪਰਿਭਾਸ਼ਾ ਇਹੀ ਆਈ ਹੈ ਵੀ ਇਹਨੂੰ ਧਰਮ ਕਹਿੰਦੇ ਨੇ, ਲੋਕੀ ਕਰੀ ਜਾਂਦੇ। ਜਿਵੇਂ ਇਹਨੂੰ ਸੌਖੇ ਤਰੀਕੇ ਨਾਲ ਸਮਝ ਲਈਏ, ਐ ਇੱਕ ਰੰਗ ਮਿੱਥ ਕੇ ਆਪਣੇ ਤਨ ਉੱਤੇ ਪਹਿਰਾਵਾ ਪਾ ਲੈਣਾ, ਫਿਰ ਹੁਣ ਬਣਾਉਣੀ ਤੇ ਆਪਣੀ ਜਾਇਦਾਦ ਹੈ। ਚੰਗਾ ਮਹਿਲ, ਚੰਗੀਆਂ ਸਵਾਰੀਆਂ ਆਪਣੇ ਲਈ ਬਣਾਉਣੀਆਂ। ਜੇ ਤੇ ਡਾਇਰੈਕਟ ਮੰਗਦਾ ਹੈ ਫਿਰ ਤੇ ਲੋਕੀ ਕਹਿਣਗੇ ਵੀ ਲੈ ਇਹ ਤੇ ਆਪ ਹੀ ਭੁੱਖ ਨਾਲ ਜੂਝਦਾ ਹੈ, ਇਹਨੇ ਸਾਨੂੰ ਕੀ ਦੇਣਾ। ਹੁਣ ਇਹਨੇ ਪਰਿਭਾਸ਼ਾ ਬਦਲੀ ਵੀ ਜੇ ਤੁਸੀਂ ਧਰਮ ਕਮਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਦਾਨ ਪੁੰਨ ਕਰਨਾ ਚਾਹੀਦਾ ਹੈ। ਜਦੋਂ ਦਾਨ ਪੁੰਨ ਕਰੋਗੇ ਤੁਸੀਂ ਧਰਮੀ ਬਣ ਜਾਓਗੇ। ਲੈਣਾ ਹੀ ਲੱਗ ਗਈਆਂ ਦਾਨ ਕਰਨ ਵਾਲਿਆਂ ਦੀਆਂ।
ਤੇ ਉਹ ਦਾਨ ਪਾਤਰ ਜਿਹੜੇ ਵੀ ਖੁੱਲਦੇ ਨੇ, ਉਹ ਖੁੱਲਦੇ ਕਿੱਥੇ ਜਾ ਕੇ? ਉਹਦੇ ਘਰ। ਲੋਕ ਧਰਮ ਦਾ ਢੋਲ ਵਜਾਈ ਜਾਂਦੇ ਨੇ, ਉਹ ਆਪਣਾ ਛਲ ਤੇ ਫਰੇਬ ਪੂਰਾ ਕਰੀ ਜਾਂਦਾ ਹੈ। ਅੰਤਰ ਕਪਟ ਭਗਉਤੀ ਕਹਾਏ। ਤੇ ਕਹਿ ਆਪਣੇ ਆਪ ਨੂੰ ਉਹ ਧਰਮੀ ਰਿਹਾ, ਲੋਕ ਮੰਨ ਵੀ ਰਹੇ ਨੇ। ਤੇ ਧਰਮੀ ਇਹ ਨਹੀਂ, ਕਿਉਂਕਿ ਜਦੋਂ ਕੱਲ ਦਾ ਪਾਵਨ ਬਚਨ ਆਪ ਜੀ ਨੇ ਸਰਵਣ ਕੀਤਾ, ਉਹਦੇ ਚ ਮਾਲਕ ਨੇ ਦੱਸਿਆ ਸੀ ਭਗਉਤੀ ਕੌਣ ਹੈ। ਸੋ ਭਗਉਤੀ ਜੋ ਭਗਵੰਤੈ ਜਾਣੈ, ਜਿਹੜਾ ਭਗਵਾਨ ਦੇ ਨਾਲ ਆਪਣੀ ਸਾਂਝ ਬਣਾ ਲੈਂਦਾ ਹੈ, ਅਕਾਲ ਪੁਰਖ ਜੀ ਨਾਲ ਆਪਣਾ ਮਿਲਾਪ ਬਣਾ ਲੈਂਦਾ, ਵਾਹਿਗੁਰੂ ਨੂੰ ਰੱਬ ਨੂੰ ਜਾਣ ਲੈਂਦਾ, ਉਹ ਭਗਉਤੀ ਹੈ। ਅਸੀਂ ਭਗਉਤੀ ਉਹਨੂੰ ਸਮਝਿਆ ਵੀ ਜਿੰਨੇ ਸੋਹਣਾ ਪਹਿਰਾਵਾ ਆਪਣੇ ਤਨ ਉੱਤੇ ਪਾਇਆ ਹੋਵੇ, ਸੋਹਣੀਆਂ 5-7 ਮਾਲਾਵਾਂ ਆਪਣੇ ਗਲ 'ਚ ਪਾਈਆਂ ਹੋਣ, ਚੰਗਾ ਆਪਣੇ ਆਪ ਨੂੰ ਅਸਲ ਰਸੂਖ ਰੱਖਣ ਵਾਲਾ ਹੋਵੇ, ਤੇ ਅਸੀਂ ਕਹਿੰਦੇ ਆ ਜੀ ਇਹ ਭਗਉਤੀ ਹੈ, ਇਹ ਤੇ ਧਰਮੀ ਬੰਦਾ ਹੈ। ਤੇ ਜੇ ਕੋਈ ਉਹਦੇ ਖਿਲਾਫ ਕੁਝ ਬੋਲੇ, ਫਿਰ ਉਹਦੇ ਖਿਲਾਫ ਬੋਲਣ ਵਾਲਾ ਜਿਹੜਾ ਹੈ ਉਹ ਮਾਰਿਆ ਜਾਂਦਾ ਹੈ। ਕਿਉਂ? ਉਹਦੇ ਮੰਨਣ ਵਾਲੇ ਪੈਰੋਕਾਰ ਜ਼ਿਆਦੇ ਨੇ, ਵੀ ਤੂੰ ਤੇ ਭਲੇ ਪੁਰਸ਼ਾਂ ਦੀ ਨਿੰਦਿਆ ਕਰਦਾ, ਉਹ ਮਾਰਿਆ ਜਾਂਦਾ ਹੈ। ਪਰ ਕਦੇ ਅਸੀਂ ਪੜਚੋਲ ਕਰਕੇ ਤੇ ਵੇਖੀਏ ਵੀ ਉਹ ਭਲੇ ਪੁਰਸ਼ ਦਾ ਜੀਵਨ ਕਿੱਦਾਂ ਦਾ, ਜਿਹਨੂੰ ਅਸੀਂ ਭਲਾ ਕਹਿ ਰਹੇ ਹਾਂ, ਵੀ ਉਹ ਭਲਾ ਖਵਾਉਣ ਦਾ ਹੱਕਦਾਰ ਹੈ ਕਿ ਨਹੀਂ, ਇਹ ਤੇ ਵੇਖ ਲਈਏ। ਵੀ ਜਿਹਨੂੰ ਅਸੀਂ ਮਹਾਂਪੁਰਸ਼ ਕਹਿ ਰਹੇ ਹਾਂ, ਪਹਿਲੋਂ ਇਹ ਤੇ ਆਪਣੇ ਅਸੀਂ ਪੜਚੋਲ ਕਰਕੇ ਵੇਖ ਲਈਏ ਵੀ ਅਸੀਂ ਮਹਾਂਪੁਰਸ਼ ਦਾ ਅਹੁਦਾ ਦੇਈ ਜਾਂਦੇ ਹਾਂ, ਕੀ ਉਹ ਆਪਣੇ ਆਪ ਨੂੰ ਬੰਦਾ ਅਖਵਾਉਣ ਦੇ ਕਾਬਲ ਹੈ? ਮਹਾਂਪੁਰਸ਼ ਦੀ ਤੇ ਗੱਲ ਹੀ ਪਾਸੇ ਰੱਖ ਦਿਓ। ਜੇ ਉਹਦਾ ਜੀਵਨ ਤੇ ਇਖਲਾਕ ਹੀ ਚੰਗਾ ਨਾ ਹੋਇਆ, ਤੁਸੀਂ ਦੱਸੋ ਵੀ ਉਹ ਬੰਦਾ ਅਖਵਾਉਣ ਦਾ ਹੱਕਦਾਰ ਹੈ? ਅਸੀਂ ਉਹਨੂੰ ਮਹਾਂਪੁਰਸ਼ ਕਹੀ ਜਾਂਦੇ ਹਾਂ। ਜੇ ਉਹਦਾ ਆਚਰਣ ਤੇ ਇਖਲਾਕ ਕੈਰੈਕਟਰ ਹੀ ਉੱਚਾ ਨਾ ਹੋਵੇ, ਆਚਰਣ ਹੀ ਉੱਚਾ ਨਾ ਹੋਵੇ, ਤੁਸੀਂ ਦੱਸੋ ਵੀ ਉਹ ਭਲਾ ਪੁਰਸ਼ ਖਵਾਉਣ ਦਾ ਹੱਕਦਾਰ ਹੈ? ਉਹ ਤੇ ਬੰਦਾ ਖਵਾਉਣ ਦਾ ਹੱਕਦਾਰ, ਉਹ ਤੇ ਹੈਵਾਨ ਹੈ। ਅਸੀਂ ਉਹਨੂੰ ਦੇਵਤਾ ਬਣਾਈ ਬੈਠੇ ਹਾਂ। ਪੜਚੋਲ ਤੇ ਕਰਕੇ ਵੇਖੀਏ, ਉਹਦੀ ਹੈਵਾਨੀਅਤ ਝਲਕ ਰਹੀ ਹੈ, ਉਹਦਾ ਅੰਦਰਲੀ ਰਾਖਸ਼ ਬਿਰਤੀ ਝਲਕ ਰਹੀ ਹੈ, ਉਹਦੇ ਜੀਵਨ ਵਿੱਚੋਂ ਦਿਸ ਰਹੀ ਹੈ। ਅਸੀਂ ਉਹਨੂੰ ਧਰਮੀ ਕਹੀ ਜਾਈਏ, ਜਾਂ ਧਰਮ ਦਾ ਪੈਰੋਕਾਰ ਮੰਨ ਕੇ ਪੂਜੀ ਜਾਈਏ, ਧਰਮ ਦਾ ਆਗੂ ਮੰਨ ਕੇ ਪੂਜੀ ਜਾਈਏ, ਜਾਂ ਅਸੀਂ ਉਹਨੂੰ ਕੋਈ ਹੋਰ ਲਫ਼ਜ਼ ਕਹਿ ਕੇ ਪੂਜੀ ਜਾਈਏ ਤੇ ਉਹਦੀ ਕਰੀ ਜਾਈਏ ਅਸੀਂ ਪੂਜਾ, ਤੇ ਆਚਰਣ ਇਖਲਾਕ ਤੋਂ ਡਿੱਗਿਆ ਹੋਵੇ, ਤੇ ਕਿਵੇਂ ਕਹਿ ਦਾਂਗੇ ਅਸੀਂ ਉਹ ਧਰਮੀ ਹੈ? ਸਾਹਮਣੇ ਹੈ। ਧਰਮ ਦਾ ਆਗੂ ਅਖਵਾਉਣ ਵਾਲਾ ਜਦੋਂ ਪੜਚੋਲ ਹੁੰਦੀ ਹੈ, ਤੇ ਫਿਰ ਨਜ਼ਰੀ ਕੀ ਪੈਂਦਾ? ਇਖਲਾਕ ਤੋਂ ਡਿੱਗਿਆ ਹੋਇਆ। ਫਿਰ ਜੇਲ੍ਹ ਵਿੱਚ ਬਹਿਣਾ ਪੈਂਦਾ, ਕਿਉਂਕਿ ਇਖਲਾਕ ਤੋਂ ਡਿੱਗਿਆ। ਹੁਣ ਕਹਾ ਕੀ ਰਿਹਾ? ਧਰਮੀ। ਅੰਦਰ ਕੀ ਸੀ? ਕਪਟ। ਸਾਹਿਬ ਕਹਿੰਦੇ ਅੰਤਰ ਕਪਟ ਭਗਉਤੀ ਕਹਾਏ। ਪਰ ਨਾਲ ਦੱਸਿਆ ਬਾਪੂ ਜੀ ਨੇ, ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ। ਪਖੰਡ ਦੇ ਨਾਲ ਪਾਰ ਬ੍ਰਹਮ ਕਦੇ ਨਹੀਂ ਮਿਲਦਾ। ਹਾਂ, ਪਖੰਡ ਦੇ ਨਾਲ ਲੋਕ ਮਗਰ ਲੱਗ ਸਕਦੇ ਨੇ, ਰੱਬ ਨਹੀਂ। ਜਿਹਨੂੰ ਆਪਾਂ ਜਦੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਪੜ੍ਹਦੇ ਹਾਂ ਤੇ ਪਾਵਨ ਬਾਣੀ ਦੇ ਰਾਹੀਂ ਗੁਰੂ ਸਾਹਿਬ ਜੀ ਉਪਦੇਸ਼ ਦਿੰਦਿਆਂ ਹੋਇਆਂ ਸਾਨੂੰ ਬਚਨ ਦੱਸਦੇ, ਮਾਲਕ ਜੀ ਕਹਿੰਦੇ ਵੀ ਇਹ ਹਾਲਾਤ ਵੀ ਲੋਕ ਕਹਿੰਦੇ ਧਰਮੀ ਬਹੁਤ ਹੈ, ਪਖੰਡ ਬੜਾ ਕਰ ਰਿਹਾ। ਗੱਜ 3.5 ਧੋਤੀਆਂ ਭਗਤ ਕਬੀਰ ਸਾਹਿਬ, ਤੇਹਰੇ ਪਾਇਣ ਤੱਗ
ਇੱਕ ਅੱਧਾ ਨਹੀਂ, ਤੀਰੇ ਕਰ ਕਰਕੇ ਪਾਉਂਦਾ ਹੈ। ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨੇ ਬੱਗ, ਨਾ ਤੇ ਕੱਪੜਿਆਂ ਤੇ ਮਿੱਟੀ ਲੱਗਣ ਦਿੰਦੇ ਤੇ ਨਾ ਲੋਟਿਆਂ ਨੂੰ ਮੈਲੇ ਹੋਣ ਦਿੰਦੇ। ਚਮਕਦੇ ਕੱਪੜੇ ਵੀ ਤੇ ਲੋਟੇ ਵੀ। ਪਤਾ ਤੇ ਤਾਂ ਲੱਗੇ ਜੇ ਆਪ ਧੋਣੇ ਪੈਣ। ਮੈਲੇ ਤੇ ਤਾਂ ਹੋਣ ਨਾ ਜੇ ਆਪ ਧੋਣੇ ਪੈਣ। ਵੀ ਪਤਾ ਵੀ ਧੋਵਾਂਗੇ ਤੇ ਸਮਾਂ ਵੀ ਲੱਗੇਗਾ, ਹੱਥੀਂ ਮਿਹਨਤ ਵੀ ਕਰਨੀ ਪੈਣੀ, ਕੱਪੜੇ ਵੀ ਧੋਤੇ ਮਿਲ ਜਾਣੇ ਤੇ ਲੋਟੇ ਵੀ ਸਾਫ਼ ਕੀਤੇ ਮਿਲ ਜਾਣੇ। ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਬਾਗੇ ਚਮਕਦੇ ਲੋਟੇ। ਬਾਬਾ ਕਬੀਰ ਸਾਹਿਬ ਕਹਿੰਦੇ ਕਹਾਉਂਦੇ ਤੇ ਨੇ ਉਹ ਰੱਬ ਦੇ ਪਿਆਰੇ, ਹਰ ਕੇ ਸੰਤ ਕਹਾਉਂਦੇ ਨੇ ਉਹ। ਪਰ ਕਹਿੰਦੇ ਜਦੋਂ ਮੈਂ ਪੜਚੋਲ ਕੀਤੀ, ਓਏ ਹਰ ਕੇ ਸੰਤ ਨਾ ਆਖੀ ਐ, ਬਨਾਰਸ ਕੇ ਠੱਗ। ਵੀ ਉਹ ਤੇ ਠੱਗਣ ਵਾਲੇ ਹੀ ਨੇ। ਫਿਰ ਨਾਲ ਉਹਨਾਂ ਨੇ ਦੱਸਿਆ ਰਹਾਉ ਦੀ ਪੰਕਤੀ 'ਚ, ਕਹਿੰਦੇ ਐਸੇ ਸੰਤ ਨਾ ਮੋਕੋ ਭਾਵੇਂ। ਵੀ ਜੇ ਰੱਬ ਜੀ ਨੂੰ ਪੁੱਛ ਲਿਆ ਜਾਏ ਵੀ ਰੱਬ ਜੀ ਤੁਹਾਨੂੰ ਇਹ ਚੰਗੇ ਲੱਗਦੇ ਨੇ, ਵੀ ਜਿਨ੍ਹਾਂ ਨੇ ਏਡੀਆਂ ਲੰਮੀਆਂ ਲੰਮੀਆਂ ਮਾਲਾਵਾਂ ਆਪਣੇ ਗਲ 'ਚ ਪਾਈਆਂ, ਇੰਨੇ ਸੋਹਣੇ ਚਿੱਟ ਕੱਪੜੀਏ ਬਣ ਕੇ, ਹੱਥਾਂ ਵਿੱਚ ਐਨ ਨਿਬੱਗ ਲੋਟੇ ਫੜੇ ਹੋਏ, ਤੁਹਾਨੂੰ ਚੰਗੇ ਲੱਗਦੇ? ਤੇ ਜਵਾਬ ਕੀ ਆਏਗਾ? ਐਸੇ ਸੰਤ ਨਾ ਮੋਕੋ ਭਾਵੇਂ। ਡਾਲਾ ਸਿਉ ਪੇਡਾ ਗਟਕਾਵੇਂ, ਇਹ ਤੇ ਜੜਾਂ ਨਹੀਂ ਛੱਡਦੇ। ਡਾਲਾਂ ਸ਼ਾਖਾਵਾਂ ਤੇ ਖਾਧੀਆਂ ਹੀ ਖਾਧੀਆਂ। ਵੇਖੋ ਨਿਯਮ ਤੇ ਇਹ ਬਣਦਾ ਸੀ ਵੀ ਰੁੱਖ ਨੂੰ ਲੱਗਿਆ ਫਲ ਉਹ ਖਾਧਾ ਜਾਏ। ਨਿਯਮ ਤੇ ਇਹੀ ਹੈ, ਕੁਦਰਤੀ ਨਿਯਮ ਇਹ ਕਹਿੰਦਾ ਹੈ ਵੀ ਰੁੱਖ ਨੂੰ ਲੱਗਿਆ ਫਲ ਉਹ ਫਲ ਖਾਧਾ ਜਾਏ। ਪਰ ਇਹਨਾਂ ਨੇ ਫਲ ਤੇ ਖਾਧਾ ਹੀ ਖਾਧਾ, ਨਾਲ ਟਾਹਣੀਆਂ ਵੀ ਖਾ ਗਏ। ਟਾਹਣੀਆਂ ਦੇ ਨਾਲ ਨਾਲ ਇਹਨਾਂ ਰੁੱਖ ਵੀ ਨਹੀਂ ਛੱਡਿਆ, ਉਹ ਵੀ ਖਾ ਗਏ, ਜੜਾਂ ਸਮੇਤ ਹੀ ਨਿਕਲ ਗਏ। ਐਸੇ ਸੰਤ ਨਾ ਮੋਕੋ ਭਾਵੇਂ, ਡਾਲਾ ਸਿਉ ਪੇਡਾ ਗਟਕਾਵੇਂ। ਹੁਣ ਅਖਵਾ ਕੀ ਰਹੇ? ਹਰ ਕੇ ਸੰਤ। ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ। ਜਿਹਨੂੰ ਜਦੋਂ ਆਪਾਂ ਪਾਵਨ ਬਾਣੀ ਪੜ੍ਹਦੇ ਆ ਨਾ, ਤੇ ਮਾਲਕ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਅੰਦਰ ਜ਼ਿਕਰ ਕਰਦੇ ਆ ਸਮਝਾਇਆ, ਕਹਿੰਦੇ ਵੀ ਬਣ ਤੇ ਗਿਆ ਇਹ ਬਹੁਤ ਸੋਹਣੇ ਪਹਿਰਾਵੇ ਵਾਲਾ ਬਣ ਗਿਆ। ਬੱਗਾ ਬੱਗੇ ਕੱਪੜੇ, ਤੀਰਥ ਮੰਝ ਵਸਨ। ਹੁਣ ਅਸਲੀਅਤ ਕੌਣ ਛੱਡੇ? ਬੱਗਾ ਬੱਗੇ ਕੱਪੜੇ, ਤੀਰਥ ਮੰਝ ਵਸਨ, ਤੀਰਥ ਤੇ ਜਾ ਕੇ ਵਸ। ਹੁਣ ਕਰਨਾ ਕੀ ਹੈ? ਇਹਨੂੰ ਹੋਰ ਸੌਖਾ। ਇੱਕ ਬੰਦਾ ਚੋਰ ਹੈ, ਲੁਟੇਰਾ ਹੈ, ਡਾਕੂ ਹੈ। ਉਹਨੂੰ ਚੋਰੀ ਕਰਨ ਲੱਗਿਆਂ ਵੀ ਡਰ ਲੱਗਦਾ, ਡਾਕਾ ਪਾਉਣ ਲੱਗਿਆਂ ਵੀ ਡਰ ਲੱਗਦਾ, ਲੁੱਟ ਮਚਾਉਣ ਲੱਗਿਆਂ ਵੀ ਡਰ ਲੱਗਦਾ। ਉਹਨੂੰ ਸੌਖਾ ਰਾਹ ਮਿਲ ਜੇ ਵੀ ਨਾ ਡਾਕਾ ਪਾਉਣਾ ਪੈਣਾ, ਨਾ ਤੈਨੂੰ ਚੋਰੀ ਕਰਨੀ ਪੈਣੀ, ਨਾ ਲੁੱਟ ਮਚਾਉਣੀ ਪੈਣੀ, ਨਾ ਬਾਟ ਮਾਰ ਰਸਤੇ ਵਿੱਚ ਮਾਰ ਕਰਨੀ ਪੈਣੀ, ਵੀ ਤੂੰ ਸਿਰਫ ਧਰਮ ਦਾ ਨਾਂ ਲੈ ਕੇ ਲੋਕਾਂ ਤੋਂ ਪੈਸੇ ਇਕੱਠੇ ਕਰ ਲੈਣੇ। ਉਹਨੂੰ ਕੀ ਲੋੜ ਚੋਰੀ ਕਰਨ ਦੀ? ਹੁਣ ਧਰਮ ਦੇ ਨਾਮ ਉੱਤੇ ਜਦੋਂ ਧਨ ਦੌਲਤ ਇਕੱਠੀ ਕੀਤੀ ਜਾਏਗੀ, ਲੋਕਾਂ ਨੇ ਦੇ ਵੀ ਦੇਣੀ ਹੈ, ਮੁੜ ਕੇ ਕਿਸੇ ਨੇ ਇਹ ਵੀ ਨਹੀਂ ਕਹਿਣਾ ਵੀ ਉਹ ਤੇ ਲੁੱਟ ਕੇ ਚਲੇ ਗਿਆ। ਗੱਲ ਧਰਮ ਦੀ। ਬਾਪੂ ਜੀ ਕਹਿੰਦੇ ਬੱਗਾ ਬੱਗੇ ਕੱਪੜੇ, ਤੀਰਥ ਮੰਝ ਵਸਨ। ਤੀਰਥ ਤੇ ਜਾ ਕੇ ਰਹਿਣ ਲੱਗ ਗਿਆ, ਕੱਪੜੇ ਚਿੱਟੇ ਪਾਲੇ। ਪਰ ਅੰਦਰਲਾ ਜਿਹੜਾ ਅਸਲਾ ਸੀ, ਹੁਣ ਉਸ ਅਸਲੇ ਨੂੰ ਕੀ ਕਰੀਏ? ਘੁੱਟ ਘੁੱਟ ਜੀਆਂ ਖਾਵਣੇ, ਉਹ ਨਹੀਂ ਛੱਡਿਆ। ਸੁਭਾਵ ਤੇ ਉਹੀ ਹੈ। ਇੱਕ ਬਗਲਾ ਛੱਪੜ ਤੇ ਰਹਿੰਦਾ ਹੈ, ਉਹਦਾ ਕੰਮ ਕੀ? ਜੀਵਾਂ ਨੂੰ ਖਾਣਾ। ਉਹੀ ਬਗਲਾ ਉੱਡ ਕੇ ਤੀਰਥ ਸਥਾਨ ਤੇ ਜਾ ਕੇ ਵਸ ਜਾਏ, ਤੇ ਤੀਰਥ ਸਥਾਨ ਤੇ ਜਾ ਕੇ ਉਹਦੇ ਵਿੱਚ ਇਸ਼ਨਾਨ ਵੀ ਕਰੇ, ਨਹਾਵੇ ਧੋਵੇ, ਸੋਹਣਾ,
ਤੇ ਉੱਥੇ ਜਾ ਕੇ ਉਹਦੀ ਸੋਚ ਬਦਲ ਜਾਏਗੀ। ਬਗਲੇ ਦੀ ਸੋਚ ਕੀ ਹੈ? ਛੱਪੜ ਤੋਂ ਡੱਡੂ ਮੱਛੀਆਂ ਲੱਭਣੀਆਂ ਤੇ ਆਪਣਾ ਪੇਟ ਭਰਨਾ। ਛੱਪੜ ਦੇ ਕਿਨਾਰੇ ਤੇ ਬੈਠਾ ਆਹੀ ਕੁਛ ਕਰਦਾ। ਹੁਣ ਉਹ ਛੱਪੜ ਦੇ ਕਿਨਾਰੇ ਤੋਂ ਜਾਵੇ ਉੱਡ, ਤੇ ਉੱਡਦਾ ਉੱਡਦਾ ਪਹੁੰਚ ਜਾਏ ਉਹ ਕਿਸੇ ਨਦੀ ਦੇ ਕਿਨਾਰੇ, ਤੀਰਥ ਅਸਥਾਨ ਤੇ। ਹੁਣ ਉਹ ਤੀਰਥ ਅਸਥਾਨ ਤੇ ਜਾ ਕੇ ਆਖੇ ਵੀ ਆਪਾਂ ਤੇ ਬਣ ਗਏ ਧਰਮੀ। ਹੁਣ ਆਪਾਂ ਧਰਮੀ ਬਣ ਚੁੱਕੇ ਆ ਤੇ ਆਪਾਂ ਇੱਥੇ ਹੀ ਆਪਣਾ ਡੇਰਾ ਕਰ ਲਿਆ, ਇੱਥੇ ਹੀ ਟਿਕਾਣਾ ਕਰ ਲਿਆ। ਪਰ ਕੀ ਉਹਦੀ ਸੋਚ ਬਦਲ ਜਾਏਗੀ? ਉੱਥੇ ਜਾ ਕੇ ਕੀ ਕਰਨਾ ਉਹਨੇ? ਘੁੱਟ ਘੁੱਟ ਜੀਆਂ ਖਾਵਣੇ। ਜਿਵੇਂ ਖੜਾ ਤੇ ਇੱਕ ਲੱਤ ਤੇ ਹੀ ਹੈ ਨਾ, ਅੱਖਾਂ ਮੀਚ ਲੀਆਂ, ਇੱਕ ਲੱਤ ਤੇ ਖੜੋ ਗਿਆ। ਤੇ ਵਿਚਾਰੇ ਜੀਵ ਜਿਹੜੇ ਉਹ ਕਹਿੰਦੇ ਵੀ ਬਗਲਾ ਮਹਾਰਾਜ ਦੀ ਸਮਾਧੀ ਲੱਗ ਗਈ। ਹੁਣ ਲੱਗੀ ਤੇ ਸਮਾਧੀ ਹੋਈ ਹੈ, ਉਹਨੇ ਇੱਕ ਲੱਤ ਤੇ ਖੜੋ ਕੇ ਭਗਤੀ ਕਰਦਾ। ਜਦੋਂ ਉਹਨਾਂ ਦੀ ਲੱਗੀ ਸਮਾਧੀ, ਉਹ ਆਪਣੀ ਮੌਜ ਨਾਲ ਪਹਿਲੋਂ ਡਰ ਕੇ ਰਹਿੰਦੇ ਸੀ, ਕਿਸੇ ਬਗਲਾ ਆ ਗਿਆ ਲੁੱਕ ਕੇ ਬਹਿ ਜਾਓ, ਲੁਕਦੇ ਫਿਰਦੇ ਸਨ। ਹੁਣ ਉਹਨੇ ਲਾ ਲਈ ਸਮਾਧੀ, ਤੇ ਇਹਨਾਂ ਨੇ ਪਾਲਿਆ ਭੁਲੇਖਾ ਵੀ ਇਹਨੇ ਕਿਹੜਾ ਲੁੱਟਣਾ ਹੈ। ਹੁਣ ਜਦੋਂ ਸਮਾਧੀ ਲੱਗੀ ਦੇ ਵਿੱਚ ਬੇਖੌਫ ਹੋ ਕੇ ਤੁਰਨ ਲੱਗੇ, ਅਗਲੇ ਨੇ ਮਿੰਟ ਲਾਇਆ, ਕਿਉਂਕਿ ਕੰਮ ਹੀ ਬੜਾ ਸੌਖਾ। ਪਾਖੰਡ ਪਾਰ ਬ੍ਰਹਮ ਕਦੇ ਨਾ। ਰੱਬ ਏਦਾਂ ਨਹੀਂ ਰੀਝਣਾ। ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ, ਜਿੰਨਾ ਮਰਜ਼ੀ ਯਤਨ ਕਰ ਲਈਏ, ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਹਚੋ ਕਰਮੰ। ਤੂੰ ਜਿੰਨੇ ਮਰਜ਼ੀ ਕਰਮ ਕਰਦਾ ਰਹੋ ਧਰਮ ਦੇ, ਸੱਜਣਾ ਜੇ ਤੂੰ ਇਹਨਾਂ ਕਰਮਾਂ ਨੂੰ ਧਰਮ ਦਾ ਨਾਮ ਦਿੰਦਾ ਹੈ ਨਾ, ਸਭ ਫੋਕਟ ਨਿਹਚੋ ਕਰਮੰ। ਲਿਬਾਸ ਪਾ ਲੈਣਾ, ਪਹਿਰਾਵਾ ਪਾ ਲੈਣਾ, ਹਾਂ ਲਿਬਾਸ ਧਰਮ ਦਾ ਮਾੜਾ ਨਹੀਂ, ਖਿਆਲ ਰੱਖਿਓ। ਧਰਮ ਦਾ ਲਿਬਾਸ ਮਾੜਾ ਨਹੀਂ, ਪਰ ਧਰਮ ਦਾ ਲਿਬਾਸ ਪਾਉਣ ਵਾਲਾ ਲਿਬਾਸ ਪਾਉਣ ਤੋਂ ਬਾਅਦ ਇਖਲਾਕ ਉੱਚਾ ਨਾ ਕਰ ਸਕੇ, ਉਹ ਪਾਉਣ ਵਾਲਾ ਮਾੜਾ ਹੈ, ਲਿਬਾਸ ਮਾੜਾ ਨਹੀਂ ਹੈ। ਲਿਬਾਸ ਤੇ ਚੰਗਾ ਹੈ। ਧਰਮ ਦਾ ਪਹਿਰਾਵਾ ਕਦੇ ਮਾੜਾ ਨਹੀਂ ਹੋਇਆ। ਧਰਮ ਦਾ ਪਹਿਰਾਵਾ ਸਦੀਵ ਚੰਗਾ ਹੈ। ਪਾਉਣ ਵਾਲਾ ਮਾੜਾ ਹੈ, ਕਿਉਂਕਿ ਉਹਦੀ ਸੁਰਤ ਮਾੜੀ ਹੈ, ਉਹਦੀ ਸੋਚ ਮਾੜੀ ਹੈ। ਹੁਣ ਜੇ ਕੋਈ ਧਰਮ ਦਾ ਪਹਿਰਾਵਾ ਪਾ ਕੇ ਕਿਸੇ ਨੂੰ ਲੁੱਟੀ ਜਾਏ, ਪਹਿਰਾਵੇ ਨੇ ਥੋੜੀ ਕਿਹਾ ਵੀ ਤੂੰ ਲੁੱਟ। ਜੇ ਕੋਈ ਸੋਹਣੇ, ਆਪਾਂ ਜੇ ਆਪਣੇ ਧਰਮ ਦੀ ਹੀ ਗੱਲ ਕਰ ਲਈਏ, 5 ਕਕਾਰੀ ਵਰਦੀ ਧਾਰਨ ਕਰਨ ਤੋਂ ਬਾਅਦ ਚ ਕੋਈ ਜਾ ਕੇ ਲੁੱਟਣ ਲੱਗ ਜਾਏ ਲੋਕਾਂ ਨੂੰ, 5 ਕਕਾਰਾਂ ਨੇ ਥੋੜੀ ਕਿਹਾ ਵੀ ਤੂੰ ਲੁੱਟ। ਸਗੋਂ ਇਹਨਾਂ ਕਕਾਰਾਂ ਦੀ ਬਖਸ਼ਿਸ਼ ਕਰਦੇ ਆ। ਗੁਰੂ ਸਾਹਿਬ ਨੇ ਤੇ ਇਹ ਆਖਿਆ ਸੀ ਵੀ ਸੱਜਣਾ ਖਿਆਲ ਰੱਖੀ, ਕੋਈ ਗਰੀਬ ਗੁਰਬਾ ਆਵੇ, ਉਹਨੂੰ ਤੂੰ ਆਪਣੇ ਘਰੋਂ ਵਰਸਾ ਕੇ ਭੇਜਣਾ, ਤੇਰੇ ਘਰੋਂ ਕੋਈ ਸਖਣਾ ਨਾ ਜਾਏ। ਤੇਰੇ ਸ਼ਸਤਰ ਉਹ ਕਿਸੇ ਗਰੀਬ ਤੇ ਗੁਰਬੇ ਦੀ ਰਾਖੀ ਲਈ ਵਰਤੇ ਜਾਣ, ਤੇ ਇਹ ਲੁੱਟਣ ਵਾਸਤੇ ਵਰਤਣ ਲੱਗ ਜੇ। ਲਿਬਾਸ ਥੋੜੀ ਮਾੜਾ ਹੋਇਆ, ਪਾਉਣ ਵਾਲਾ ਮਾੜਾ ਹੈ। ਕਕਾਰਾਂ ਨੇ ਮਾੜੇ ਨਹੀਂ ਹੋਣਾ, ਕਿਰਪਾਨ ਨੇ ਕਿਰਪਾਨ ਹੀ ਰਹਿਣਾ, ਕੰਗਾ ਵੀ ਕੰਗਾ ਹੀ ਰਹੇਗਾ। ਔਰ ਜਿਹੜਾ ਜਤ ਸਤ ਦਾ ਪ੍ਰਤੀਕ ਕਸ਼ਹਿਰਾ ਦਾਤ ਗੁਰੂ ਸਾਹਿਬ ਨੇ ਦਿੱਤੀ, ਉਹ ਉਹੀ ਰਹਿਣੀ ਹੈ। ਜੇ ਤੂੰ ਇਖਲਾਕ ਤੋਂ ਡਿੱਗਿਆ ਫਿਰੇ, ਸੱਜਣਾ ਪਾਉਣ ਵਾਲਾ ਮਾੜਾ ਹੈ, ਕਕਾਰ ਮਾੜੇ ਥੋੜੀ ਨੇ। ਕੇਸ ਵੀ ਉਹੀ ਰਹਿਣਗੇ, ਕੜਾ ਵੀ ਉਹੀ ਰਹਿਣਾ। ਹੁਣ ਕੜਾ ਜਿਹੜਾ ਇਹ ਪ੍ਰਤੀਕ ਹੈ ਵਹਿਮਾਂ ਭਰਮਾਂ ਤੋਂ ਨਿਵਰਤੀ ਦਾ, ਤੇ ਜੇ ਬੰਦਾ ਕੜੇ ਪਾ ਕੇ ਕੜੇ ਦੇ ਉੱਤੇ ਹੀ ਧਾਗੇ ਬੰਨੀ ਫਿਰੇ, ਕੜਾ ਥੋੜੀ ਮਾਰਾ ਹੋਇਆ। ਕੌਣ ਮਾੜਾ? ਗੁਰੂ ਸਾਹਿਬ ਨੇ ਵਹਿਮਾਂ ਭਰਮਾਂ ਤੋਂ ਨਿਵਰਤ ਕੀਤਾ, ਕੜੇ ਦੀ ਦਾਤ ਦਿੱਤੀ, ਅਸੀਂ ਕੜੇ ਦੇ ਦੁਆਲੇ ਦੁਆਲੇ ਹੀ ਧਾਗੇ ਬੰਨਤੇ, ਉਹਨੂੰ ਹੀ ਵੱਟ ਜੇ ਪਾਲੇ। ਤੇ ਕਿਹਾ ਕੀ ਅਸੀਂ ਧਰਮੀ ਆ। ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ। ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਏਦਾਂ ਰੱਬ ਨਹੀਂ ਮਿਲਦਾ। ਫਿਰ ਨਾਲ ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਕਹਿੰਦੇ ਹੁਣ ਪਰ ਨਿੰਦਾ ਕਰੇ ਬਸ ਨਹੀਂ ਹੈ, ਕਹਿੰਦੇ ਅਜੇ ਪਰਾਈ ਨਿੰਦਿਆ ਵੀ ਕਰਦਾ, ਅੰਤਰ ਮਲ ਲਾਏ, ਅੰਦਰ ਆਪਣੇ ਮੈਲ ਲੱਗੇ। ਦੂਜੇ ਨੂੰ ਮਾੜਾ ਦੱਸੀ ਜਾਂਦਾ, ਆਪਣਾ ਅੰਦਰ ਫਰੋਲਿਆ ਹੀ ਕੋਈ ਨਹੀਂ।
ਬਹੁਤੇ ਜਦੋਂ ਧਰਮ ਦੇ ਪੈਰੋਕਾਰਾਂ ਦੀ ਗੱਲ ਕਰਾਂਗੇ ਤੇ ਕੀ ਹੈ, ਦੂਜੇ ਧਰਮ ਨੂੰ ਮਾੜਾ, ਉਹ ਵੀ ਧਰਮ ਮਾੜਾ, ਉਹ ਵੀ ਧਰਮ ਮਾੜਾ। ਆਪਣਾ ਅੰਦਰ ਫਰੋਲਿਆ ਹੀ ਕੋਈ ਨਹੀਂ। ਪਰ ਨਿੰਦਾ ਕਰੇ, ਪਰਾਈ ਨਿੰਦਿਆ ਕਰੀ ਜਾਂਦਾ ਹੈ। ਜਦ ਕਿ ਇਸ ਘਰ ਦੇ ਵਿੱਚੋਂ ਆਵਾਜ਼ ਆਈ, ਗੁਰੂ ਨਾਨਕ ਸਾਹਿਬ ਨੇ ਸਿੱਖਿਆ ਦਿੰਦਿਆਂ ਇਹ ਉਪਦੇਸ਼ ਦਿੱਤਾ, ਮੱਲ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਹੀਂ, ਮਨਮੁਖ ਮੁਗਧ ਕਰਨ, ਤੇ ਅਸੀਂ ਫੇਰ ਵੀ ਕੀਤੀ। ਹੁਣ ਧਰਮ ਦਾ ਪੈਰੋਕਾਰ ਤੇ ਉਹਦੇ ਜੀਵਨ ਵਿੱਚ ਇਹ ਚਾਹੀਦਾ ਸੀ ਵੀ ਮੈਂ ਧਰਮੀ ਆ ਤੇ ਮੇਰਾ ਕਦੇ ਵੀ ਇਹ ਕਰਮ ਨਹੀਂ ਬਣਦਾ ਮੈਂ ਕਿਸੇ ਦੀ ਨਿੰਦਿਆ ਕਰਾਂ। ਮੇਰਾ ਕਰਮ ਨਹੀਂ ਬਣਦਾ ਵੀ ਨਿੰਦਿਆ ਕਰਾਂ ਕਿਸੇ ਦੀ। ਤੇ ਜੇ ਧਰਮ ਦਾ ਪੈਰੋਕਾਰ ਹੀ ਨਿੰਦਿਆ ਕਰਨ ਲੱਗ ਜਾਏ ਤੇ ਅੰਤਰ ਮਲ ਲਾਏ। ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਅੰਦਰ ਮੈਲ ਇਕੱਠੀ ਕਰੀ ਜਾਂਦਾ। ਫਿਰ ਲਾਈ ਅੰਦਰ ਮੈਲ ਹੈ, ਇਕੱਠੀ ਅੰਦਰ ਗੰਦਗੀ ਕੀਤੀ, ਮੈਲ ਅੰਦਰ ਜੋੜ ਰਿਹਾ ਤੇ ਕਰ ਕੀ ਰਿਹਾ, ਬਾਹਰ ਮਲ ਧੋਵੈ, ਮਨ ਕੀ ਝੂਠ ਨਾ ਜਾਏ। ਹੁਣ ਇਹਨੂੰ ਹੋਰ ਸੌਖੇ ਤਰੀਕੇ ਨਾਲ ਸਮਝਣਾ ਹੋਵੇ, ਇੱਕ ਘਰ ਹੈ, ਘਰ ਦੇ ਮਗਰ ਕਮਰੇ ਦੇ ਵਿੱਚ ਨਾ ਗੰਦ ਪਾਈ ਜਾਂਦਾ ਹੈ, ਪਾਈ ਜਾਂਦਾ, ਗੰਦਗੀ ਇਕੱਠੀ ਕਰੀ ਜਾਂਦਾ, ਬਾਹਰੋਂ ਕੰਧਾਂ ਰੋਜ਼ ਧੋ ਦਿੰਦਾ ਹੈ। ਘਰ ਦੇ ਵਿੱਚੋਂ ਗੰਦਗੀ ਚਲੀ ਜਾਏਗੀ। ਵੀ ਘਰ ਦਾ ਇੱਕ ਮਗਰ ਕਮਰਾ ਹੈ, ਉਸ ਕਮਰੇ ਦੇ ਵਿੱਚ ਰੋਜ਼ ਗੰਦਗੀ ਦਾ ਢੇਰ ਇਕੱਠਾ ਕਰੀ ਜਾਂਦਾ ਹੋਵੇ, ਕੂੜੇ ਦਾ ਢੇਰ ਇਕੱਠੇ ਕਰੀ ਜਾਂਦਾ ਹੋਵੇ, ਤੇ ਮੁੜ ਕੇ ਆਖੇ ਵੀ ਹੁਣ ਮੇਰੇ ਘਰ ਦੇ ਵਿੱਚੋਂ ਬਦਬੂ ਆਉਂਦੀ ਹੈ ਕੂੜੇ ਦੀ, ਤੇ ਫਿਰ ਬਾਹਰੋਂ ਕੰਧਾਂ ਧੋਵੇ ਮਲ ਮਲ ਕੇ, ਤੇ ਮੁੜ ਕੇ ਫੇਰ ਆਖੇ ਵੀ ਬਦਬੂ ਤੇ ਜੇ ਗਈ ਨਹੀਂ, ਚਲੀ ਜਾਏਗੀ। ਜੇ ਉਹਦੇ ਤੋਂ ਛੁਟਕਾਰਾ ਪਾਉਣਾ ਤੇ ਕੀ ਕਰਨਾ ਪਏਗਾ, ਅੰਦਰ ਵਾਲੀ ਗੰਦਗੀ ਬਾਹਰ ਸੁੱਟਣੀ ਪੈਣੀ। ਉਹ ਜਿਹੜੇ ਕੂੜੇ ਦੇ ਢੇਰ ਅੰਦਰ ਇਕੱਠੇ ਕੀਤੇ ਉਹ ਬਾਹਰ ਸੁੱਟਣੇ ਪੈਣੇ। ਹਾਂ, ਜਿੱਦਣ ਉਹ ਸੁੱਟ ਦੇਗਾ ਉਦਣ ਭਾਵੇਂ ਕੰਧਾਂ ਵੀ ਨਾ ਧੋਵੀਂ, ਉਦਣ ਭਾਵੇਂ ਤੂੰ ਕੰਧਾਂ ਨਾ ਵੀ, ਇੱਕ ਦਿਨ ਨਾ ਧੋਈ, 2 ਦਿਨ ਨਾ ਧੋਈ, 10 ਦਿਨ। ਆਪਾਂ ਕੰਧਾਂ ਥੋੜੀ ਰੋਜ਼ ਧੋਨੇ ਆ, ਘਰ ਦੀਆਂ ਕੰਧਾਂ ਨਹੀਂ ਰੋਜ਼ ਸਾਫ਼ ਕਰੀਦੀਆਂ, ਘਰ ਦੇ ਵਿਚਲਾ ਕੂੜਾ ਸਾਫ਼ ਕਰੀਦਾ, ਘਰ ਦੇ ਵਿਚਲਾ ਫਰਸ਼ ਸਾਫ਼ ਕਰਕੇ ਪੋਚਾ ਲਾ ਲਈਦਾ। ਕੰਧਾਂ ਰੋਜ਼ ਕੌਣ ਧੋਂਦਾ ਹੈ? ਹਾਂ, ਉਦਾਂ ਡਸਟਿੰਗ ਕਰ ਲਈਏ ਉਹ ਵੱਖਰੀ ਗੱਲ ਹੈ, ਪਰ ਇਨਸਾਨ ਰੋਜ਼ ਆਪਣੇ ਘਰ ਦੀਆਂ ਕੰਧਾਂ ਤੇ ਨਹੀਂ ਨਾ ਧੋਂਦਾ। ਫਰਸ਼ ਭਾਵੇਂ ਰੋਜ਼ ਧੋਂਦਾ ਹੋਵੇ ਵੀ ਮੇਰਾ ਘਰ ਸੋਹਣਾ ਲੱਗੇ। ਤੇ ਧਰਮ ਦਾ ਲਿਬਾਸ ਪਾ ਕੇ ਬਾਪੂ ਜੀ ਕਹਿੰਦੇ ਪਰ ਨਿੰਦਾ ਕਰੇ ਅੰਤਰ ਮਲ ਲਾਏ, ਅੰਦਰ ਮੈਲ ਇਕੱਠੀ ਕਰੀ ਜਾਂਦਾ, ਫਿਰ ਬਾਹਰੋਂ ਮਲ ਧੋਵੈ, ਬਾਹਰ ਮਲ ਧੋਵੈ। ਬਾਹਰੋਂ ਬਹੁਤ ਸਾਫ ਸੁਥਰਾ ਰੱਖਿਆ, ਆਪਣੇ ਆਪ ਨੂੰ, ਸਰੀਰ ਨੂੰ ਮਿੱਟੀ ਨਹੀਂ ਲੱਗਣ ਦਿੱਤੀ, ਕੱਪੜਿਆਂ ਨੂੰ ਮਿੱਟੀ ਨਹੀਂ ਲੱਗਣ ਦਿੱਤੀ, ਪਰ ਮਨ ਕੀ ਝੂਠ ਨਾ ਜਾਏ। ਤੇ ਜਿੰਨਾ ਚਿਰ ਮਨ ਝੂਠਾ ਹੈ ਉਹਨਾਂ ਚਿਰ ਮਨ ਮੈਲਾ, ਸਭ ਕਿਛ ਮੈਲਾ। ਤਨ ਧੋਤੈ ਮਨ ਹੱਛਾ ਨਾ ਹੋਏ, ਸੱਜਣਾ ਜੇ ਗੰਦਗੀ ਮਨ ਵਿੱਚ ਲੱਗੀ ਹੈ, ਸਰੀਰ ਧੋ ਕੇ ਕੀ ਸਾਬਤ ਕਰੇਗਾ? ਕਾਇਆ ਧੋ ਕੇ ਕੀ ਸਾਬਤ ਕਰੇਗਾ? ਜਿਹਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਹੀ ਕਹਿੰਦੇ ਨੇ, ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ। ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ, ਸੋ ਸੁਣੈ ਨਹੀਂ, ਫਿਰੈ ਜਿਉ ਬੇਤਾਲਿਆ। ਹੁਣ ਕਿੱਥੇ ਮੈਲ ਸਾਫ਼ ਕੀਤੀ? ਜਨਮ ਤੇ ਜਿੰਨਾ ਜੀਉ ਮੈਲਾ ਸੀ ਉਹਨੇ ਕੀ ਤਿੰਨੀ ਜਨਮ ਜੂਏ ਹਾਰਿਆ। ਹੁਣ ਲੱਖ ਤਨ ਧੋਤਾ, ਲੱਖਾਂ ਵਾਰ ਸਰੀਰ ਧੋਤਾ, ਲੱਖਾਂ ਵਾਰ ਆਪਣੀ ਕਾਇਆ ਨੂੰ ਸਾਫ਼ ਸੁਥਰਿਆਂ ਕੀਤਾ, ਪਰ ਜਨਮ ਤੇ ਫੇਰ ਹਾਰ ਗਿਆ।
ਜਦੋਂ ਇਸ਼ਨਾਨ ਦੀ ਵਾਰੀ ਆਈ ਨਾ ਤੇ ਬਾਪੂ ਜੀ ਬਾਣੀ 'ਚ ਜ਼ਿਕਰ ਕਰਦੇ ਆਖਦੇ, ਕਹਿੰਦੇ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸ਼ਹਰਾ। ਸਾਨੂੰ ਤੇ ਆ ਤੀਰਥ ਅਸਥਾਨ ਦੇ ਉੱਤੇ ਇਸ਼ਨਾਨ ਕਰਨ ਲਈ ਸਾਹਿਬ ਕਹਿੰਦੇ, ਜਿੱਥੇ ਮਨ ਦੀ ਮੈਲ ਲੱਥੇ। ਸਰੀਰ ਦੀ ਮੈਲ ਤੇ ਬੰਦਾ ਘਰੇ ਨਹਾ ਕੇ ਵੀ ਲਾਈ ਜਾਂਦਾ ਹੈ, ਪਰ ਮਨ ਦੀ ਮੈਲ ਕਿੱਥੇ ਲਾਵੇ? ਕਾਇਆ ਨੂੰ ਸਾਫ਼ ਸੁਥਰਾ ਤੇ ਇਨਸਾਨ ਸੰਸਾਰਕ ਤੌਰ ਤੇ ਵਿਚਰਦਾ ਰੱਖ ਰਿਹਾ ਹੈ, ਪਰ ਮਨ ਦੀ ਮੈਲ ਕਿੱਧਰ ਜਾਵੇ? ਸੰਸਾਰਕ ਤੌਰ ਤੇ ਸਾਫ਼ ਸੁਥਰਾ ਹੋ ਕੇ ਵਿਚਰਦਾ, ਮੈਲ ਕਮਾਈ ਜਾਂਦਾ ਹੈ, ਉਹ ਮਨ ਨੂੰ ਲੱਗੀ ਜਾਂਦੀ ਹੈ। ਔਰ ਜਿਹੜੀ ਅੰਦਰ ਲੱਗੀ ਹੋਈ ਮਨ ਦੀ ਮੈਲ ਹੈ, ਉਹਨੂੰ ਲਾਉਣ ਵਾਸਤੇ ਹੁਣ ਕੋਈ ਨਾ ਕੋਈ ਤੇ ਉਪਰਾਲਾ ਕਰਨਾ ਹੀ ਪਏਗਾ ਨਾ। ਤੇ ਬਾਪੂ ਜੀ ਨੇ ਆਖਿਆ, ਕਹਿੰਦੇ ਮਨ ਦੀ ਝੂਠ ਲਾਉਣੀ ਨਾ, ਤੇ ਮਨ ਦੀ ਝੂਠ ਲਾਉਣ ਲੱਗਿਆਂ ਖਿਆਲ ਰੱਖੀ, ਕਾਇਆ ਮਾਂਜਸ ਕਵਣ ਗੁਣਾ, ਜੋ ਘਟ ਭੀਤਰ ਹੈ ਮਲਣਾ। ਕਾਇਆ ਮਾਂਜ ਕੇ ਵੀ ਕੀ ਕਰੇਗਾ, ਘਟ ਭੀਤਰ ਤੇ ਮੈਲ ਹੈ। ਫਿਰ ਬਾਪੂ ਜੀ ਬਾਣੀ ਰਾਹੀਂ ਉਪਦੇਸ਼ ਦਿੰਦੇ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਕਿੱਡਾ ਸੁਖਾਲਾ ਤਰੀਕਾ। ਸਤਿਗੁਰੂ ਜੀ ਦੀ ਬਾਣੀ ਪੜੋ। ਮਾਲਕ ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰ ਪੂਰੇ ਕੀਨੇ ਦਾਨਾ। ਹੁਣ ਅਸੀਂ ਉਹ ਜਿਹੜਾ ਗੁਰੂ ਸਾਹਿਬ ਨੇ ਵਿੱਚ ਭੇਦ ਰੱਖਿਆ ਉਹ ਸਮਝ ਹੀ ਨਾ ਸਕੇ। ਅਕਸਰ ਆਪ ਜੀ ਅੱਗੇ ਅਰਜ਼ੋਈ ਕਰੀਦੀ ਹੈ ਕਿ ਤੀਰਥ ਅਸਥਾਨ ਤੇ ਜਾਣਾ ਮਾੜੀ ਗੱਲ ਨਹੀਂ, ਜਾਂ ਤੀਰਥ ਉੱਤੇ ਜਾ ਕੇ ਇਸ਼ਨਾਨ ਕਰਨਾ ਮਾੜੀ ਗੱਲ ਨਹੀਂ, ਪਰ ਇਸ ਸੋਚ ਨੂੰ ਲੈ ਕੇ ਇਸ਼ਨਾਨ ਕਰਨਾ ਵੀ ਮੈਂ ਸਾਰਾ ਸਾਲ ਮੈਲ ਕਮਾਈ ਹੈ, ਇੱਥੇ ਇੱਕ ਵਾਰੀ ਨਹਾਉਣਾ ਆਪਣੇ ਖਾਤੇ ਪਾੜ ਜਾਣੇ, ਇਹ ਵੀ ਭਲਾ ਨਹੀਂ। ਜਾਣਾ ਮਾੜਾ ਨਹੀਂ, ਇਸ਼ਨਾਨ ਕਰਨਾ ਵੀ ਮਾੜਾ ਨਹੀਂ, ਪਰ ਇਹ ਸੋਚ ਲੈ ਕੇ ਇਸ਼ਨਾਨ ਕਰਨਾ ਵੀ ਮੈਂ ਹੁਣ ਅੱਜ ਆਇਆ, ਆਪਾਂ ਇੱਥੇ ਇਸ਼ਨਾਨ ਕਰਨਾ, ਇੱਕ ਸਾਲ ਵਿੱਚ ਜਿੰਨੇ ਭੈੜੇ ਕਰਮ ਕੀਤੇ ਸਾਰੇ ਖਾਤੇ ਪਾੜ ਜਾਣੇ, ਘਰ ਜਾ ਕੇ ਨਵਾਂ ਵਹੀ ਖਾਤਾ ਲਾਵਾਂਗੇ, ਦੁਬਾਰਾ ਚੱਲ ਪਏਗਾ। ਇਹ ਸੋਚ ਲੈ ਕੇ ਇਸ਼ਨਾਨ ਕਰਨਾ ਵੀ ਭਲਾ ਨਹੀਂ। ਜਿਹਨੂੰ ਸਾਹਿਬ ਜੀ ਨੇ ਬਾਣੀ ਵਿੱਚ ਜ਼ਿਕਰ ਕਰਦਿਆਂ ਸਮਝਾਇਆ, ਕਹਿੰਦੇ ਲੌਕੀ 860 ਤੀਰਥ ਨਹਾਈ, ਕੌਰਾਪਨ ਤੋ ਨਾ ਜਾਈ। ਹੁਣ ਸੱਜਣਾ, ਜੇ ਲੌਕੀ ਦਾ ਕੌੜਾਪਨ ਜਿਹੜਾ ਰੱਬ ਵੱਲੋਂ ਸੁਭਾਵ ਹੈ, ਉਹਨੂੰ 68 ਤੀਰਥਾਂ ਤੇ ਇੱਕ ਵਾਰੀ ਛੱਡ ਕੇ ਭਾਵੇਂ 2-2 4-4 ਵਾਰੀ ਨਵਾਉਂਦਾ, ਫਿਰ ਉਹਦਾ ਕੌੜਾਪਨ ਥੋੜੀ ਚਲੇ ਜਾਣਾ। ਜਿਹਨੂੰ ਬਾਪੂ ਜੀ ਨੇ ਆਖਿਆ ਨਾ ਕਿ ਗਿਆ ਤੇ ਸੀ ਤੀਰਥਾਂ ਉੱਤੇ ਮੈਲ ਲਾਉਣ ਵਾਸਤੇ, ਪਰ ਉੱਥੇ ਜਾ ਕੇ ਇੱਕ ਭਉ ਲੱਥੀ ਨਹਾਤਿਆਂ, ਦੋਏ ਭਾ ਚੜੀਅਸ ਹੋਰ। ਹੁਣ ਉਹ ਆਪਣੇ ਅੰਦਰ ਫੇਰ ਬਾਹਰ ਧੋਤੀ ਤੁੰਬੜੀ, ਅੰਦਰ ਵਿਸ ਨਕੋਰ, ਅੰਦਰ ਤੇ ਉਹੀ ਜ਼ਹਿਰ ਭਰੀ ਹੋਈ ਹੈ। ਸਾਧ ਭਲੇ ਅਣ ਨਹਾਤਿਆਂ, ਚੋਰ ਸੇ ਚੋਰਾਂ ਚੋਰ। ਹੁਣ ਜਿਹੜਾ ਰੱਬੀ ਪਿਆਰਾ ਹੈ, ਉਹ ਭਾਵੇਂ ਤੀਰਥ ਸਥਾਨ ਤੇ ਉੱਤੇ ਜਾ ਕੇ ਇਸ਼ਨਾਨ ਨਾ ਵੀ ਕਰੇ, ਉਹ ਫੇਰ ਭਲੇ ਦਾ ਭਲਾ, ਤੇ ਜਿਹੜਾ ਚੋਰ ਹੈ ਉਹਨੇ ਚੋਰ ਹੀ ਰਹਿਣਾ, ਉਹ ਭਾਵੇਂ ਲੱਖ ਇਸ਼ਨਾਨ ਕਰ ਲਏ। ਤੇ ਸਾਹਿਬ ਕਹਿੰਦੇ ਬਾਹਰ ਮਲ ਧੋਵੇ, ਮਨ ਕੀ ਝੂਠ ਨਾ ਜਾਏ। ਸਤ ਸੰਗਤ ਸਿਉ ਬਾਦ ਰਚਾਏ,
ਅਨ ਦਿਨ ਦੁਖੀਆ ਦੂਜੈ ਪਾਏ ਰਚਾਏ। ਮੈਲ ਲੱਥੇ ਕਿੱਥੇ? ਜਿੱਥੇ ਜਾ ਕੇ ਮੈਲ ਲਾਉਣੀ ਸੀ ਉੱਥੇ ਤੇ ਜਾ ਕੇ ਝਗੜਾ ਪਾ ਲਿਆ। ਬਾਪੂ ਜੀ ਨੇ ਕੀ ਕਿਹਾ? ਰਾਮਦਾਸ ਸਰੋਵਰ ਨਾਤੇ। ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬਹਿ ਕੇ ਸਭ ਉਤਰੇ ਪਾਪ ਕਮਾਤੇ। ਸਾਰੇ ਕਮਾਏ ਹੋਏ ਪਾਪ ਲੱਥ ਜਾਂਦੇ ਜਦੋਂ ਅਸੀਂ ਰੱਬ ਦੇ ਸੇਵਕਾਂ ਦੀ ਸੰਗਤ ਵਿੱਚ, ਮਤਲਬ ਸਤ ਸੰਗਤ ਵਿੱਚ ਬਹਿ ਕੇ ਆਪਣੇ ਜੀਵਨ ਨੂੰ ਜਦੋਂ ਬਦਲਣ ਲੱਗ ਜਾਈਏ। ਉਦੋਂ ਕੀ ਹੁੰਦਾ? ਸਭ ਉਤਰੇ ਪਾਪ ਕਮਾਤੇ। ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਜਿੱਥੇ ਜਾ ਕੇ ਮੈਲ ਲਾਉਣੀ ਸੀ ਉੱਥੇ ਜਾ ਕੇ ਕੀ ਪਾਲਿਆ ਇਹਨੇ? ਝਗੜਾ। ਸਤ ਸੰਗਤ ਸਿਉ ਬਾਦ ਰਚਾਏ। ਸਤ ਸੰਗਤ ਨਾਲ ਹੀ ਝਗੜਾ ਪਾ ਕੇ ਬੈਠਾ, ਬਾਦ ਪਾ ਕੇ ਬੈਠਾ। ਬਾਦ ਮਤਲਬ ਝਗੜਾ, ਬਖੇੜਾ। ਕਿਹਦੇ ਨਾਲ? ਸਤ ਸੰਗਤ ਸਿਉ। ਰੱਬੀ ਪਿਆਰਿਆਂ ਨਾਲ ਬਹਿ ਕੇ ਅਪਣਾਉਣਾ ਤੇ ਕੀ ਸੀ? ਆਪਣੇ ਜੀਵਨ ਵਿੱਚ ਗੁਣ ਤੇ ਕੀ ਧਾਰਨ ਕਰਨਾ ਸੀ? ਉਹਨਾਂ ਨਾਲ ਹੀ ਝਗੜਾ ਪਾ ਕੇ ਬਹਿ ਗਿਆ। ਜਦੋਂ ਉਹਨਾਂ ਨਾਲ ਝਗੜਾ ਪਾਇਆ, ਹੁਣ ਕੀ ਹੋਏਗਾ? ਅਨ ਦਿਨ ਦੁਖੀਆ, ਦਿਨ ਰਾਤ ਫਿਰ ਦੁਖੀ। ਦੂਜੇ ਭਾਏ ਰਚਾਏ, ਦੂਜੇ ਭਾਏ ਵਿੱਚ ਲੱਗਾ ਹੋਇਆ, ਫਿਰ ਦਿਨ ਰਾਤ ਦੁੱਖ ਹੀ ਖੱਟਦਾ ਹੈ। ਹਰ ਨਾਮ ਨਾ ਚਿਤ ਬਹੁ ਕਰਮ ਕਮਾਏ। ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ। ਹਰ ਨਾਮ ਨਾ ਚੇਤੇ। ਰੱਬ ਨਹੀਂ ਚੇਤੇ ਕੀਤਾ। ਕੀਤਾ ਕੀ? ਬਹੁ ਕਰਮ ਕਮਾਏ। ਰੱਬ ਚੇਤੇ ਕਰਕੇ ਚੰਗਾ ਕਰਮ ਨਹੀਂ ਕਮਾਇਆ, ਰੱਬ ਨੂੰ ਨਾ ਚੇਤੇ ਕਰਕੇ ਭੈੜੇ ਕਰਮ ਬਹੁਤ ਕਮਾਏ। ਤੇ ਹੁਣ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਜਿਹੜਾ ਰੱਬ ਨੂੰ ਨਾ ਚੇਤੇ ਕਰਕੇ ਭੈੜੇ ਕਰਮ ਕਮਾਏ ਨੇ, ਉਹਨਾਂ ਲਿਖਿਆ ਹੋਇਆਂ ਨੂੰ ਹੁਣ ਮੇਟੇ ਕੌਣ? ਪੂਰਬ ਮਤਲਬ ਜੋ ਪਹਿਲੋਂ ਕਰਮ ਕਮਾ ਕੇ ਲਿਖ ਲਿਆ, ਉਹ ਕੌਣ ਮੇਟੇ? ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਉਹ ਮੇਟਿਆ ਨਹੀਂ ਜਾਣਾ ਹੁਣ। ਤੇ ਜੇ ਉਹਨੂੰ ਮੇਟਣਾ ਹੈ, ਮਾਲਕ ਜੀ ਕਹਿੰਦੇ ਮਿਟ ਜਾਂਦਾ। ਇਹ ਨਹੀਂ ਵੀ ਮਿਟਦਾ ਨਹੀਂ ਹੈ, ਮਿਟ ਜਾਂਦਾ, ਪਰ ਮਿਟਾਉਣਾ ਪੈਂਦਾ। ਉਹਦੇ ਲਈ ਮਸ਼ੱਕਤ ਘਾਲਣੀ ਪੈਂਦੀ। ਲਿਖਿਆ ਮਿਟ ਜਾਂਦਾ ਹੈ, ਕਿਤੇ ਵੀ ਲਿਖਿਆ ਨਾ ਮਿਟਦਾ ਹੋਵੇ। ਲਿਖਿਆ ਮਿਟ ਜਾਂਦਾ, ਪਰ ਉਹਨੂੰ ਮੇਟਣ ਵਾਸਤੇ ਵੀ ਮਸ਼ੱਕਤ ਕਰਨੀ ਪੈਂਦੀ ਹੈ। ਤੇ ਉਹ ਮਿਟਿਆ ਕਿਵੇਂ? ਲਿਖਿਆ ਮਿਟਦਾ ਕਿਵੇਂ ਹੈ? ਕਹਿੰਦੇ ਨਾਨਕ ਬਿਨ ਸਤਿਗੁਰ ਸੇਵੇ। ਬਿਨਾਂ ਗੁਰੂ ਨੂੰ ਚੇਤੇ ਕੀਤਿਆਂ, ਬਿਨਾਂ ਗੁਰੂ ਨੂੰ ਸੇਵਿਆਂ ਮੋਖ ਨਾ ਪਾਏ। ਨਹੀਂ ਮਿਟਦਾ। ਮਤਲਬ ਜੇ ਮਿਟਾਉਣਾ ਹੈ ਤੇ ਫਿਰ ਗੁਰੂ ਸੇਵਣਾ ਪਏਗਾ। ਜੇ ਪੂਰਬ ਲਿਖੇ ਹੋਏ ਤੋਂ ਛੁਟਕਾਰਾ ਪਾਉਣਾ ਤੇ ਗੁਰੂ ਚੇਤਾ ਕਰਨਾ ਪਏਗਾ। ਰੱਬ ਜੀ ਨਾਲ ਸਾਂਝ ਬਣਾਉਣੀ ਪਏਗੀ। ਧਰਮ ਦੇ ਲਿਬਾਸ ਦੇ ਨਾਲ ਨਾਲ ਧਰਮ ਜ਼ਿੰਦਗੀ 'ਚ ਕਮਾਉਣਾ ਪਏਗਾ। ਧਰਮ ਦੇ ਪਹਿਰਾਵੇ ਦੇ ਨਾਲ ਨਾਲ, ਲੋਕ ਵਿਖਾਵੇ ਦੇ ਨਾਲ। ਜਿੱਥੇ ਲੋਕਾਂ ਨੂੰ ਵਿਖਾਉਣ ਵਾਸਤੇ ਧਰਮ ਹੀ ਬਣਿਆ, ਉੱਥੇ ਸੱਚਮੁੱਚ ਜ਼ਿੰਦਗੀ 'ਚ ਧਰਮ ਅਪਣਾਉਣਾ ਤੇ ਕਮਾਉਣਾ ਪਏਗਾ। ਫੇਰ ਕਿਤੇ ਜਾ ਕੇ ਰੱਬ ਜੀ ਨਾਲ ਸਾਂਝ ਬਣਦੀ ਤੇ ਜੀਵ ਦਾ ਪੂਰਬਲੇ ਕਰਮਾਂ ਤੋਂ ਛੁਟਕਾਰਾ ਹੁੰਦਾ ਹੈ। ਪੌੜੀ ਸਤਿਗੁਰ ਜਿਨੀ ਧਿਆਇਆ, ਸੇ ਕੜ ਨਾ ਸਵਾਹੀ। ਸਤਿਗੁਰ ਜਿਨੀ ਧਿਆਇਆ, ਸੇ ਤ੍ਰਿਪਤ ਅਗਾਹੀ। ਫਿਰ ਪੌੜੀ ਵਿੱਚ ਆਖਿਆ ਗੁਰੂ ਸਾਹਿਬ ਜੀ ਨੇ, ਕਹਿੰਦੇ ਪਹਿਲੋਂ ਤੇ ਉਹਨਾਂ ਦੀ ਗੱਲ ਕੀਤੀ ਨਾ ਜਿਨ੍ਹਾਂ ਰੱਬ ਨੂੰ ਧਿਆਇਆ ਨਹੀਂ, ਗੁਰੂ ਨੂੰ ਧਿਆਇਆ ਨਹੀਂ। ਹੁਣ ਸਤਿਗੁਰੂ ਨੇ ਉਹਨਾਂ ਦੀ ਗੱਲ ਕੀਤੀ ਪੌੜੀ ਵਿੱਚ ਜਿਨ੍ਹਾਂ ਰੱਬ ਨੂੰ ਚੇਤੇ ਕੀਤਾ। ਕਹਿੰਦੇ ਸਤਿਗੁਰ ਜਿਨੀ ਧਿਆਇਆ, ਸੇ ਕੱਢ ਨਾ ਸਵਾਹੀ। ਕੱਢ ਮਤਲਬ ਅੰਦਰੋਂ ਅੰਦਰੀ ਕੱਢਣਾ। ਆਪਾਂ ਆਮ ਭਾਸ਼ਾ ਵਿੱਚ ਲਫ਼ਜ਼ ਵਰ ਵੀ ਕੀ ਅੰਦਰੋਂ ਅੰਦਰੀ ਕੜੀ ਜਾਂਦਾ ਹੈ? ਜਿਹੜੀ ਬਾਤ ਹੈ ਤੂੰ ਦੱਸ। ਆਮ ਭਾਸ਼ਾ ਵਿੱਚ ਅਸੀਂ ਇਹ ਲਫ਼ਜ਼ ਵਰਤਦੇ ਹਾਂ। ਮਾਲਕ ਕਹਿੰਦੇ ਜਿਹੜਾ ਗੁਰੂ ਨੂੰ ਸੇਵਦਾ ਉਹ ਅੰਦਰੋਂ ਅੰਦਰੀ ਸੜ ਸੜ ਕੇ ਸਵਾਹ ਨਹੀਂ ਹੁੰਦਾ। ਅੰਦਰੋਂ ਸੜੇਗਾ ਤੇ ਉਹ ਜਿਹਦੇ ਅੰਦਰ ਈਰਖਾ ਹੋਏਗੀ। ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਤੇ ਜਿਹਦੇ ਅੰਦਰ ਤਾਤ ਪਰਾਈ ਹੋਵੇ ਹੀ ਨਾ,
ਉਹਦਾ ਹਮੇਸ਼ਾ ਕੀ ਹੈ? ਭਲਾ। ਜਿਹਦੇ ਅੰਦਰ ਪਰਾਈ ਤਾਤ ਹੈ ਉਹਦਾ ਭਲਾ ਨਹੀਂ, ਤੇ ਜਿਹਦੇ ਅੰਦਰ ਪਰਾਈ ਤਾਤ ਨਾ ਹੋਵੇ ਉਹਦਾ ਹਮੇਸ਼ਾ ਹੀ ਭਲਾ। ਤੇ ਬਾਪੂ ਜੀ ਕਹਿੰਦੇ ਸਤਿਗੁਰੂ ਨੂੰ ਸੇਵਣ ਵਾਲਾ ਅੰਦਰੋਂ ਅੰਦਰੀ ਸੜਦਾ ਨਹੀਂ, ਸਵਾ ਨਹੀਂ ਹੁੰਦਾ। ਉਹ ਸਤਿਗੁਰ ਜਿਨੀ ਧਿਆਇਆ, ਜਿਨ੍ਹਾਂ ਨੇ ਗੁਰੂ ਨੂੰ ਚੇਤੇ ਕੀਤਾ, ਸੇ ਤ੍ਰਿਪਤ ਅਗਾਹੀ, ਉਹ ਹਮੇਸ਼ਾ ਰੱਜ ਜਾਂਦੇ ਨੇ। ਉਹਨਾਂ ਦੀ ਜੀਵਨ ਵਿੱਚ ਤ੍ਰਿਪਤੀ ਹੋ ਜਾਂਦੀ, ਉਹਨਾਂ ਦੀਆਂ ਤ੍ਰਿਸ਼ਨਾ, ਉਹਨਾਂ ਦੀ ਲਾਲਸਾ, ਹਰ ਚੀਜ਼ ਮੁੱਕ ਜਾਂਦੀ ਹੈ ਗੁਰੂ ਨੂੰ ਚੇਤੇ ਕਰਨ ਵਾਲਿਆਂ ਦੀ। ਸਤਿਗੁਰ ਜਿਨੀ ਧਿਆਇਆ, ਤਿਨ ਜਮ ਡਰ ਨਾਹੀ। ਜਿਨ ਕੋ ਹੁਆ ਕਿਰਪਾਲ ਹਰ, ਸੇ ਸਤਿਗੁਰ ਪੈਰੀ ਪਾਹੀ। ਤਿਨ ਐਥੈ ਉਥੈ ਮੁਖ ਉਜਲੇ, ਹਰ ਦਰਗਾਹ ਪੈਂਦੇ ਜਾਹੀ। ਫਿਰ ਸਤਿਗੁਰ ਜਿਨੀ ਧਿਆਇਆ, ਜਿੰਨਾ ਗੁਰੂ ਚੇਤੇ ਕੀਤਾ, ਤਿੰਨ ਜਮ ਡਰ ਨਾਹੀ। ਹੈ ਕਿਤੇ ਮੌਤ ਦੀ ਪ੍ਰਵਾਹ। ਫਿਰ ਤੇ ਅਗਲੇ ਮੌਤ ਅੱਗੇ ਆਪ ਨੱਚਦੇ ਨੇ। ਇੱਕ ਨਾ ਮੌਤ ਅੱਗੇ ਨੱਚਣ ਤੋਂ ਭਾਵ ਵੀ ਮੌਤ ਨੂੰ ਵੀ ਮਖੌਲ ਕਰਨਾ, ਮੌਤ ਅੱਗੇ ਨਾਚ ਕਰਨਾ ਵੀ ਸਾਨੂੰ ਤੇਰੀ ਪ੍ਰਵਾਹ ਕੋਈ ਨਹੀਂ, ਕਿਉਂਕਿ ਸਾਡਾ ਗੁਰੂ ਸਾਡੇ ਨਾਲ ਹੈ। ਆਪਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅੱਜ ਜੋਤੀ ਜੋਤ ਸਮਾਉਣ ਦਾ ਪੁਰਬ ਵੀ ਮਨਾ ਰਹੇ। ਹੁਣ ਗੁਰੂ ਹਰਗੋਬਿੰਦ ਸਾਹਿਬ ਵੇਲੇ ਸਿੱਖਾਂ ਦੀ ਸ਼ਖਸੀਅਤ ਪੜੋ। ਸਤਿਗੁਰੂ ਜੀ ਦੇ ਕੋਲ ਆਉਣ ਵਾਲੇ ਸਿੱਖ ਜਿਤਨੇ ਨੇ, ਮਾਲਕ ਜੀ ਨੇ ਉਹਨਾਂ ਸਾਰਿਆਂ ਨੂੰ ਇੱਕ ਬਚਨ ਆਖਿਆ ਵੀ ਆਪਣੇ ਸਰੀਰਾਂ ਉੱਤੇ ਸ਼ਸਤਰ ਧਾਰਨ ਕਰੋ, ਸ਼ਸਤਰਧਾਰੀ ਹੋਵੋ, ਸ਼ਸਤਰ ਭੇਟਾ ਕਰੋ। ਉਹ ਸ਼ਸਤਰਧਾਰੀ ਵੀ ਹੋ ਗਏ, ਉਹਨਾਂ ਸ਼ਸਤਰ ਭੇਟਾ ਵੀ ਕੀਤੇ। ਇੱਕ ਲਫ਼ਜ਼ ਮਾਲਕ ਜੀ ਹੋਰ ਵਰਤਦੇ, ਉਹਨਾਂ ਆਪਣੀਆਂ ਜਵਾਨੀਆਂ ਵੀ ਗੁਰੂ ਸਾਹਿਬ ਅੱਗੇ ਅਰਪਣ ਕੀਤੀਆਂ, ਆਪਣਾ ਆਪਾ ਹੀ ਸਮਰਪਿਤ ਕਰਤਾ। ਜਦੋਂ ਮਾਲਕ ਵੀ ਆਪਣੀਆਂ ਜਵਾਨੀਆਂ ਅਰਪਣ ਕਰੋ, ਸ਼ਸਤਰਧਾਰੀ ਹੋਵੋ, ਇਹ ਸਾਰੀਆਂ ਚੀਜ਼ਾਂ। ਹੁਣ ਉਹ ਸਿੱਖ ਜਿਹੜੇ ਆ ਕੇ ਆਪਣੀਆਂ ਜਵਾਨੀਆਂ ਅਰਪਣ ਕਰਦੇ ਨੇ, ਬਦਲੇ ਵਿੱਚ ਲੈਂਦੇ ਕੀ? ਜਵਾਨੀ ਅਰਪਣ ਕਰਨੀ ਖੇਡ ਨਹੀਂ ਪਈ, ਆਪਣਾ ਆਪਾ ਸਮਰਪਿਤ ਕਰ ਦੇਣਾ, ਆਪਣੀਆਂ ਇੱਛਾਵਾਂ ਨੂੰ, ਲਾਲਸਾਵਾਂ ਨੂੰ ਛੱਡ ਕੇ ਗੁਰੂ ਤੋਂ ਕੁਰਬਾਨ ਹੋ ਜਾਣਾ। ਗੁਰੂ ਸਾਹਿਬ ਨੂੰ ਪਤਾ ਕੀ ਆਖਦੇ ਵੀ ਮਾਲਕ ਜੀ ਉਹ ਸਾਰਾ ਕੁਝ ਅਸੀਂ ਤੁਹਾਡੇ ਅੱਗੇ ਅਰਪਣ ਕੀਤਾ, ਆਪਣਾ ਤਨ ਤੱਕ, ਆਪਣੇ ਸਰੀਰ ਤੱਕ ਅਸੀਂ ਤੁਹਾਡੇ ਅੱਗੇ ਅਰਪਣ ਕੀਤੇ, ਬਦਲੇ ਵਿੱਚ ਸਾਨੂੰ ਕੁਝ ਨਹੀਂ ਚਾਹੀਦਾ। ਆਪ ਜੀ ਦੀ ਬਖਸ਼ਿਸ਼, ਆਪ ਜੀ ਆਪਣਾ ਪਿਆਰ ਤੇ ਆਪਣਾ ਉਪਦੇਸ਼ ਬਖਸ਼ਦੇ ਰਹੋ। ਬਸ ਸਾਲ ਵਿੱਚ 2 ਵਸਤਰ ਜ਼ਰੂਰ ਦਿੰਦੇ ਰਹੋ, ਇੱਕ ਸਰਦੀ ਦੇ ਮੌਸਮ ਵਿੱਚ ਹੰਡਾਉਣ ਵਾਸਤੇ ਤੇ ਇੱਕ ਗਰਮੀ ਦੇ ਮੌਸਮ ਵਿੱਚ ਹੰਡਾਉਣ ਵਾਸਤੇ। ਜਵਾਨੀਆਂ ਅਰਪਣ ਕਰਨ ਵਾਲਿਆਂ ਦੀ ਮੰਗ ਕੀ ਹੈ? ਗੁਰੂ ਕਾ ਉਪਦੇਸ਼, ਉਹਦੇ ਤੋਂ ਬਿਨਾ ਸਿਰਫ ਆਪਣੇ ਤਨ ਤੇ ਹੰਡਾਉਣ ਵਾਸਤੇ 2 ਵਸਤਰ, ਇਹ ਤੋਂ ਬਿਨਾ ਮਾਲਕ ਜੀ ਕੁਝ ਨਹੀਂ ਚਾਹੀਦਾ। ਸਤਿਗੁਰ ਜਿਨੀ ਧਿਆਇਆ, ਤਿੰਨ ਜਮ ਡਰ ਨਾਹੀ। ਕਿੱਥੇ ਮੌਤ ਦੀ ਪ੍ਰਵਾਹ। ਫਿਰ ਸਾਰੇ ਦੇ ਸਾਰੇ ਜਦ ਕਿ ਜਹਾਂਗੀਰ, ਸ਼ਾਹਜਹਾਂ ਇਹ ਕਹਿੰਦੇ ਨੇ ਕਿ ਸਿੱਖ ਸਾਡੇ ਨਾਲ ਮੁਕਾਬਲਾ ਨਹੀਂ ਕਰ ਸਕਦੇ, ਉਹਨਾਂ ਨੂੰ ਕਿਹੜਾ ਲੜਨ ਦੀ ਜਾਚ ਹੈ। ਪਰ ਜਦੋਂ ਜੰਗਾਂ ਹੋਈਆਂ ਉਦੋਂ ਕੀ ਬਣਿਆ? ਜਦੋਂ ਜੰਗਾਂ ਹੁੰਦੀਆਂ ਨੇ, ਉਹਨਾਂ ਜੰਗਾਂ ਦੇ ਵਿੱਚ ਇਹ ਸਾਬਤ ਕੀਤਾ ਜਾਂਦਾ ਹੈ ਕਿ ਸਾਨੂੰ ਵੀ ਸਾਡੇ ਗੁਰੂ ਨੇ ਸ਼ਸਤਰਧਾਰੀ ਬਣਾਇਆ ਹੈ। ਕੇਵਲ ਤੁਹਾਡੇ ਕੋਲ ਸੂਰਮਤਾਈ ਨਹੀਂ ਹੈ, ਸਾਡੇ ਗੁਰੂ ਨੇ ਸਾਨੂੰ ਵੀ ਯੋਧੇ ਬਣਾਇਆ ਹੈ। ਤੁਸੀਂ ਧਨ ਕਰਕੇ ਲੜਦੇ ਹੋ, ਅਸੀਂ ਪ੍ਰੇਮ ਕਰਕੇ ਲੜਦੇ ਹਾਂ।
बस इहो फर्क है। हर जंग विच जितण दा कारण सब तो वड्डा इहो है, जिन्ने भी सिख जंग दे मैदान विच जूझे ने ना, वो सारे प्रेम करके लड़न वाले ने, प्यार बदले लड़न वाले ने। धन दे बदले विच लड़न वाला कोई नहीं। ते दूजे पासे जिन्ने जूझण वाले ने वो सारे धन करके लड़न वाले ने, प्यार करके कोई भी लड़न वाला नहीं। वो सारिਆਂ ਨੂੰ ते अपनी नौकरी दी है, सारिਆਂ ਨੂੰ अपने परिवार की चिंता है। ते इत्थे अगले कहंदे परिवार जिंदा है आपे सांभेगा। इस घर दे विचों ते इह है भी सतगुरु जीओ असीं आपां समर्पित तुहाडे अगे कीता, आ परिवार है ते इस परिवार की जिम्मेवारी भी हुण तुहाडी है। तिन जम डर नहीं, किथे मौत का डर है, किते परवाह मौत की। हालांकि पहली जंग जदों हुंदी है, पैंदे खां लड़दा गुरु साहब वल्लों, ते मन च की आउंदा, मैं जंग जिताई। जे मैं ना हुंदा सिखां ने जंग हार जानी सी। हुण हंकार ते गुरु साहब ने तोड़ना ही है ना, भी पैंडे खान तेरे वर्गे इत्थे कई ने, तू कल्ला नहीं है। तेरे तो वध के भी पए ने, तेरे तो वध बल वाले भी इत्थे ने, तू कल्ला बल वाला नहीं है। बस अक्सर आप जी अगे अर्जो, पैंडे खां जदों जंग दे मैदान च जूझदा ना, उहदे बराबर सामने खड़न वाला कोई योद्धा नहीं सी, सिवाए गुरु हरगोबिंद साहब ते भाई बिधि चंद जी तो। ना ते पैंडे खां कदे गुरु हरगोबिंद साहब नाल मुकाबला करदा सी ते ना ही भाई बिधि चंद नाल। ये दो शख्सियतां ऐसियां सी जिहड़ियां भाई बिधि चंद जिहड़ियां पैंडे खां तो बल वालियां सन, जां पैंडे खां जिन्हां तो खौफ रखदा सी। बाकियां नूं इह कहिंदा सी भी एक छड्ड के भावें जिन्ने मर्जी बल वाले आ जाण। और हैरानी की गल है भी बल अपने हथ उत्ते मोहर रख के ते हथ नूं नपना, मोहर साफ कर देनी, किन्ना बल होएगा शरीर अंदर। सिक्के नूं खोटियां कर देना, मोहर उपरली छाप मुका देनी, घोड़े समेत उत्ते बैठा सवार उन्होंने मोढा ला के ते पलटा के घोड़ा धरती ते सुट देना, खेड नहीं है। कहंदा भी मैं लड़िया तां सिख जंग जिते, तां गुरु हरगोबिंद साहब जंग जिते। दूजी तीजी जंग च मालिक ने सद्दिया ही कोई नहीं, जंगां फेर जिते। जदों गुरु हरगोबिंद साहब दे जीवन विचली चौथी जंग आई, हुण ओह हंकारिया होया गुरु हरगोबिंद साहब दे सामने खड़ोता भी अज मैं गुरु हरगोबिंद साहब नूं विखाउणा है कि मेरे च बल बहुत है, मेरे करके तुसी जंग जिते सी पहली जंग, आज चौथी जंग विच पैंडे खां गुरु हरगोबिंद साहब दे सामने विरोधी बन के खड़ा है। ते सोचदा पता की है भी जे किते हरगोबिंद साहब मैनू वार करन दे देन ना, जंग असीं जित जाणी। हुण मालिक ते क्योंकि एक आपां भाई सुथरे शाह दा जीवन पढ़दे हैं ते एक पैंडे खां, ये दो शख्सियतां ऐसियां ने जिन्हां नूं गुरु हरगोबिंद साहब ने आप बड़े प्रेम ते प्यार नाल पालिया, अपने हत्थीं पालिया। पैंडे खां नूं शस्त्र विद्या गुरु हरगोबिंद साहब आप दिंदे, आप सिखाया मालिक पातशाह ने, अपने हत्थीं पालिया, पुत्रां वांगू पालिया सतगुरु जी ने। अज गुरु साहब दे सामने खड़ो के मन च इच्छा धारण करके बैठा है। ते जेड़े गुरु साहिब जी हिरदे दियां जानन वाले मालिक ने जानिया, पैंडे खां नूं आख्या भी पहलों वारी तेरी, तू वार कर। एक दो तीन वार पैंडे खां करदा है। शातरता नाल ना नीवा हो के ते गुरु हरगोबिंद साहब जी दे घोड़े नूं उल्टाउण लगा, मालिक ने उदों ही ढाल मारी, पैंडे खां डिग पैंदा। फिर भी सतगुरु जी ने
ਜੋ ਪਿਤਾ ਵਾਲਾ ਪਿਆਰ ਦਿੱਤਾ ਸੀ ਨਾ, ਉਹਨੂੰ ਫੇਰ ਨਿਭਾਇਆ। ਮਾਲਕ ਪਾਤਸ਼ਾਹ ਜੀ ਘੋੜੇ ਤੋਂ ਉਤਰੇ ਤੇ ਪੈਂਡੇ ਖਾਂ ਦਾ ਸਿਰ ਚੁੱਕ ਕੇ ਤੇ ਮਾਲਕ ਨੇ ਆਪਣੀ ਗੋਦ 'ਚ ਰੱਖਿਆ। ਤੇ ਉਹ ਜਿਹੜਾ ਹਾਏ ਅੰਮਾ ਪਿਆ ਕੁਰਲਾਉਂਦਾ ਸਤਿਗੁਰੂ, ਉਹਨੂੰ ਕਹਿੰਦੇ ਕਿ ਅੰਮਾ ਕਹਿਣ ਦਾ ਵੇਲਾ ਨਹੀਂ, ਅੱਲਾ ਆਖਣ ਦਾ ਵੇਲਾ ਹੈ। ਮਾਲਕ ਪਾਤਸ਼ਾਹ ਨੇ ਉੱਥੇ ਆਪਣਾ ਪ੍ਰੇਮ ਭਰਿਆ, ਪਿਆਰ ਭਰਿਆ ਜਿਹੜਾ ਸੁਭਾਵ ਸੀ ਨਾ, ਉਸ ਸੁਭਾਵ ਦਾ ਪ੍ਰਗਟਾਵਾ ਕੀਤਾ। ਔਰ ਨਾਲ ਮਾਲਕ ਪਾਤਸ਼ਾਹ ਨੇ ਪੈਂਡੇ ਖਾਂ ਨੂੰ ਬਖਸ਼ਿਸ਼ ਵਰਤਾਉਂਦਿਆਂ, ਕਿਉਂਕਿ ਖੁਦ ਆਪਣੇ ਹੱਥੀਂ ਸਤਿਗੁਰੂ ਨੇ ਪਾਲਿਆ, ਔਰ ਮਰਦਾ ਹੋਇਆ ਪੈਂਡੇ ਖਾਂ ਗੁਰੂ ਸਾਹਿਬ ਦੇ ਕੋਲੋਂ ਖਿਮਾ ਵੀ ਮੰਗਦਾ, ਮੁਆਫੀ ਵੀ ਮੰਗਦਾ ਹੈ, ਤੇ ਸਤਿਗੁਰੂ ਪਾਤਸ਼ਾਹ ਉਹਨੂੰ ਬਖਸ਼ਦੇ ਵੀ ਨੇ। ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੰਨ 1595 ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੁੱਖ ਤੋਂ ਅਵਤਾਰ ਲੈਂਦੇ। ਸੰਨ 1595 ਤੋਂ ਲੈ ਕੇ ਤੇ 1644 ਤੱਕ ਮਾਲਕ ਪਾਤਸ਼ਾਹ ਨੇ ਆਪਣੀ ਸਰੀਰਕ ਉਮਰ ਜਿਹੜੀ ਉਹਨੂੰ ਭੋਗਿਆ। ਕਈ ਤਰ੍ਹਾਂ ਦੇ ਹਾਲਾਤ, ਕਈ ਤਰ੍ਹਾਂ ਦੇ ਸਮੇਂ ਨੂੰ ਸਤਿਗੁਰੂ ਨੇ ਆਪਣੇ ਤਨ ਤੇ ਹੰਡਾਇਆ। ਗਵਾਲੀਅਰ ਦੇ ਕਿਲੇ ਵਿਚਲਾ ਸਮਾਂ ਵੀ ਸਤਿਗੁਰੂ ਤਨ ਤੇ ਹੰਡਾਉਂਦੇ। 4 ਜੰਗਾਂ ਵੀ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਲੜੀਆਂ। ਕਈ ਇਤਿਹਾਸਕਾਰਾਂ ਨੇ 9 ਜੰਗਾਂ ਦਾ, ਕਈਆਂ ਨੇ 11 ਜੰਗਾਂ ਦਾ ਵੀ ਜ਼ਿਕਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਵਿੱਚ। ਔਰ ਤਕਰੀਬਨ 50 ਤੋਂ 52 ਪਿੰਡ ਨੇ ਜਿਹੜੇ ਧੰਨ ਗੁਰੂ ਹਰਗੋਬਿੰਦ ਸਾਹਿਬ ਲੁਧਿਆਣਾ ਔਰ ਮੋਗੇ ਦੀ ਜ਼ਿਲ੍ਹੇ ਵਿੱਚ, ਜਿਨ੍ਹਾਂ ਵਿੱਚ ਸਤਿਗੁਰੂ ਹਰਗੋਬਿੰਦ ਸਾਹਿਬ ਨੇ ਪਾਵਨ ਚਰਨ ਪਾਏ। ਡਾਕਟਰ ਸੁਖਦਿਆਲ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਤੇ ਯੁੱਧ ਯਾਤਰਾਵਾਂ। ਉਹਦੇ ਵਿੱਚੋਂ ਕੱਲੇ ਕੱਲੇ ਪਿੰਡ ਦਾ ਜ਼ਿਕਰ ਕਰਦਿਆਂ ਹੋਇਆਂ ਮਾਲਕ ਪਾਤਸ਼ਾਹ ਜੀ ਦੀ ਸ਼ੋਭਾ ਨੂੰ ਗਾਉਂਦੇ ਨੇ। ਉਹ ਸਤਿਗੁਰੂ ਜੀ ਨੇ ਕੁੱਲ 48 ਸਾਲਾਂ ਦਾ ਜੀਵਨ ਸੰਸਾਰਿਕ ਤੌਰ ਤੇ, ਸਰੀਰਕ ਤੌਰ ਤੇ ਬਤੀਤ ਕੀਤਾ। ਉਹਨਾਂ ਸਮੇਂ ਦੇ ਵਿੱਚ ਮਾਲਕ ਪਾਤਸ਼ਾਹ ਨੇ ਹਰ ਤਰ੍ਹਾਂ ਦੇ ਹਾਲਾਤਾਂ, ਹਰ ਤਰ੍ਹਾਂ ਦੇ ਸਮੇਂ ਦੇ ਨਾਲ ਵਿਚਰਦਿਆਂ ਹੋਇਆਂ ਸਿੱਖਾਂ ਲਈ ਵੀ ਪੂਰਨੇ ਪਾਏ ਕਿ ਆਪਣੇ ਜੀਵਨ ਅੰਦਰ ਜੇ ਧੀਰਜ ਹੋਵੇ, ਹਾਲਾਤ ਔਰ ਸਮਾਂ ਪਾ ਕੇ ਗੁਜ਼ਰ ਜਾਂਦੇ ਨੇ, ਹਾਲਾਤ ਬਦਲ ਜਾਂਦੇ ਨੇ। ਬਸ ਸਾਡੇ ਮਨਾਂ ਅੰਦਰ ਗੁਰੂ ਉੱਤੇ ਭਰੋਸਾ, ਅਕਾਲ ਪੁਰਖ ਪਰਮੇਸ਼ਵਰ ਜੀ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਹੈ। ਅਸੀਂ ਹਰ ਇੱਕ ਸਮੇਂ ਨੂੰ ਤੇ ਹਾਲਾਤ ਨੂੰ ਆਸਾਨੀ ਦੇ ਨਾਲ, ਸੁਖਾਲੇ ਤਰੀਕੇ ਨਾਲ ਆਪਣੇ ਸਰੀਰਾਂ ਉੱਤੇ ਹੰਡਾ ਸਕਦੇ ਹਾਂ। ਇਸ ਤਰ੍ਹਾਂ ਮਾਲਕ ਪਾਤਸ਼ਾਹ ਜੀ ਨੇ ਜੋ ਅੱਜ ਉਪਦੇਸ਼ ਦਿੱਤਾ, ਕਹਿੰਦੇ ਜਿਨ ਕੋ ਹੋਵਾ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ। ਜਿਨ੍ਹਾਂ ਦੇ ਉੱਤੇ ਹਰੀ ਪ੍ਰਮਾਤਮਾ ਜੀ ਆਪ ਕਿਰਪਾਲੂ ਹੋ ਜਾਂਦੇ ਨੇ, ਉਹ ਗੁਰੂ ਚਰਨਾਂ ਤੇ ਪੈ ਜਾਂਦੇ ਨੇ। 3 ਐਥੈ ਉਥੈ ਮੁਖ ਉਜਲੇ ਹਰ ਦਰਗਾਹ ਪੈਦੇ ਜਾਹੀ। ਤੇ ਉਹਨਾਂ ਦੇ ਮੁਖ ਲੋਕ ਅਤੇ ਪਰਲੋਕ ਵਿੱਚ ਸੁਰਖਰੂ ਹੋ ਜਾਂਦੇ ਨੇ, ਤੇ ਉਹ ਜੀਵ ਅਕਾਲ ਪੁਰਖ ਪਰਮੇਸ਼ਵਰ ਦੇ ਦਰ ਉੱਤੇ ਇੱਜ਼ਤ ਵਾਲੇ, ਮਾਣ ਵਾਲੇ ਬਣ ਜਾਂਦੇ ਨੇ। ਜਿਨ੍ਹਾਂ ਦੇ ਕੋਲ ਪਹਿਰਾਵਾ ਵੀ ਹੈ, ਰਹਿਤ ਵੀ ਹੋਵੇ, ਜਿੱਥੇ ਧਰਮ ਦਾ ਲਿਬਾਸ ਹੈ ਉੱਥੇ ਜੀਵਨ ਵਿੱਚ ਵੀ ਧਰਮ ਹੋਵੇ, ਉਹ ਜੀਵ ਅਕਾਲ ਪੁਰਖ ਪਰਮੇਸ਼ਵਰ ਦੇ ਦਰ ਉੱਤੇ ਪ੍ਰਵਾਨੇ ਜਾਂਦੇ ਨੇ। ਸਤਿਗੁਰੂ ਰਹਿਮਤ ਕਰਨ। ਸਾਡੇ ਸਭਨਾਂ ਦੇ ਸਿਰਾਂ ਉੱਤੇ ਮਾਲਕ ਪਾਤਸ਼ਾਹ ਜੀ ਆਪ ਆਪਣਾ ਬਖਸ਼ਿਸ਼ ਭਰਿਆ ਹੱਥ ਰੱਖ ਕੇ ਸਾਨੂੰ ਸਭਨਾਂ ਦੇ ਉੱਤੇ ਮਾਲਕ ਪਾਤਸ਼ਾਹ ਜੀ ਦਇਆ ਕਰਨ, ਰਹਿਮਤ ਕਰਨ ਕਿ ਆਪਣੇ ਪਾਏ ਪੂਰਨਿਆਂ ਦੇ ਉੱਤੇ ਸਤਿਗੁਰੂ ਜੀ ਚੱਲਣ ਦੀ ਦਾਤ ਬਖਸ਼ਣ। ਸਾਹਿਬ ਦੇ ਪਾਏ ਪੂਰਨਿਆਂ ਤੇ ਚੱਲਦਿਆਂ ਹੋਇਆਂ ਅਸੀਂ ਵੀ ਆਪਣੇ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਈਏ ਤੇ ਗੁਰੂ ਅੱਗੇ ਅਰਜ਼ੋਈ ਅਰਦਾਸ ਨਿਤਾ ਪ੍ਰਤੀ ਕਰਦੇ ਰਿਹਾ ਕਰੀਏ। ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ।
ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਭੂਲੇ ਮਾਰਗ ਜਿਨ ਹੈ ਬਤਾਇਆ, ਭੂਲੇ ਮਾਰਗ ਜਿਨ ਹੈ ਬਤਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਜਿਨ ਕੋ ਹੁਆ ਕਿਰਪਾਲ ਹਰ, ਸੇ ਸਤਿਗੁਰ ਪੈਰੀ ਪਾਹੀ। ਤਿਨ ਐਥੈ ਉਥੈ ਮੁਖ ਉਜਲੇ, ਹਰ ਦਰਗਾਹ ਪੈਂਦੇ ਜਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।